ਅੱਜ ਦਾ ਟੌਪਿਕ ਹੈ ਧਰਮ ਨਿਰਪੱਖਤਾ। ਇਸ ਨੂੰ ਧਰਮ ਨਿਰਪੇਖਤਾ ਜਾਂ ਫਿਰ ਅਸੰਪ੍ਰਦਾਇਕਤਾ ਦਾ ਨਾਮ ਵੀ ਦੇ ਸਕਦੇ ਹਾਂ। ਸੋ ਇਸ ਟੌਪਿਕ ਦੇ ਵਿੱਚ ਕਰਾਂਗੇ ਕਿ ਧਰਮ ਨਿਰਪੇਖਤਾ ਦਾ ਕੀ ਅਰਥ ਹੈ, ਇਸ ਦੇ ਕੀ ਕਾਰਕ ਅਤੇ ਸਮਾਜ ਦੇ ਵਿੱਚ ਧਰਮ ਨਿਰਪੇਖਤਾ ਕਾਰਨ ਆਉਣ ਵਾਲੀਆਂ ਤਬਦੀਲੀਆਂ। ਸੋ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਸਮਾਜ ਦੇ ਵਿੱਚ ਕਿਵੇਂ ਨਾ ਕਿਵੇਂ ਪਰਿਵਰਤਨ ਆਉਂਦਾ ਜਾਂਦਾ ਹੈ, ਕਿਉਂਕਿ ਜੋ ਪਰਿਵਰਤਨ ਹੈ ਇਹ ਸਮਾਜ ਦਾ ਇੱਕ ਨਿਯਮ ਹੈ, ਇੱਕ ਕੁਦਰਤ ਦਾ ਨਿਯਮ ਹੈ। ਕੋਈ ਵੀ ਚੀਜ਼ ਭਾਵੇਂ ਉਹ ਮਟੀਰੀਅਲ ਹੈ ਜਾਂ ਨਾਨ ਮਟੀਰੀਅਲ ਫਾਰਮ ਦੇ ਵਿੱਚ ਹੈ, ਸੋ ਉਹਦੇ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ। ਇਸ ਕਰਕੇ ਉਸੇ ਢੰਗ ਦੇ ਨਾਲ ਆਪਣਾ ਸਮਾਜ ਹੈ, ਸਮਾਜ ਦੇ ਵਿੱਚ ਵੀ ਹਰ ਇੱਕ ਢੰਗ ਦਾ ਪਰਿਵਰਤਨ ਆਉਣਾ ਲਾਜ਼ਮੀ ਹੈ, ਭਾਵੇਂ ਉਹ ਇੱਕ ਮਨੁੱਖ ਹੈ, ਇੱਕ ਵਿਅਕਤੀ ਹੈ ਜਾਂ ਸਮਾਜ ਦੀ ਕੋਈ ਵੀ ਏਦਾਂ ਦੀ ਸੰਸਥਾ ਜਾਂ ਸਮੂਹ। ਇਸ ਕਰਕੇ ਇਹ ਜੋ ਟੌਪਿਕ ਹੈ ਸਟਾਰਟਿੰਗ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹ ਸਮਾਜਿਕ ਪਰਿਵਰਤਨ ਦੇ ਅੱਗੇ ਹੀ ਚੱਲੇਗਾ, ਕਿਉਂਕਿ ਜੋ ਅਸੰਪ੍ਰਦਾਇਕਤਾ ਹੈ ਜਾਂ ਫਿਰ ਜੋ ਧਰਮ ਨਿਰਪੇਖਤਾ ਹੈ ਇਹ ਸਮਾਜਿਕ ਪਰਿਵਰਤਨ ਦਾ ਹੀ ਇੱਕ ਕਾਰਕ ਹੈ, ਇੱਕ ਤਰ੍ਹਾਂ ਦਾ ਫੈਕਟਰ ਹੈ, ਇੱਕ ਤਰ੍ਹਾਂ ਦਾ ਕਾਰਕ ਹੈ। ਸੋ ਇਹ ਉਸ ਤਰ੍ਹਾਂ ਦਾ ਇੱਕ ਪ੍ਰੋਸੈਸ ਵੀ ਹੈ ਜਿਸ ਦੇ ਨਾਲ ਪਤਾ ਲੱਗਦਾ ਹੈ ਕਿ ਸਮਾਜ ਦੇ ਵਿੱਚ ਕਿਸ ਢੰਗ ਦਾ ਪਰਿਵਰਤਨ ਆ ਰਿਹਾ ਹੈ। ਸੋ ਸਭ ਤੋਂ ਪਹਿਲਾਂ ਧਰਮ ਨਿਰਪੇਖਤਾ ਦੇ ਅਰਥ ਬਾਰੇ ਦੇਖਾਂਗੇ। ਸੋ ਐਮ ਐਨ ਸ਼੍ਰੀਨਿਵਾਸ ਇੱਕ ਸੋਸ਼ੋਲੋਜਿਸਟ ਹੋਏ ਹਨ, ਇੱਕ ਵਿਗਿਆਨੀ ਹੋਏ ਹਨ, ਸਮਾਜ ਵਿਗਿਆਨੀ। ਸੋ ਜਿਨ੍ਹਾਂ ਨੇ ਧਰਮ ਬਾਰੇ ਤੇ ਧਰਮ ਨਿਰਪੇਖਤਾ ਬਾਰੇ ਕਾਫੀ ਹੱਦ ਤੱਕ ਉਹਨਾਂ ਨੇ ਕੀ ਹੈ ਰਿਸਰਚ ਕੀਤੀ ਹੈ। ਸੋ ਇਹਨਾਂ ਦੇ ਅਨੁਸਾਰ ਇਹ ਇੱਕ ਸ਼ਬਦ ਪੇਸ਼ ਕੀਤਾ ਜਿਸ ਦਾ ਅਰਥ ਹੈ ਸਮਾਜਿਕ ਜੀਵਨ ਅਤੇ ਧਰਮ ਬਾਰੇ ਤਬਦੀਲੀ। ਸੋ ਜੇ ਧਰਮ ਨਿਰਪੇਖਤਾ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਜੋ ਧਰਮ ਹੈ ਉਹ ਭਾਵੇਂ ਲੋਕ ਵੱਖ-ਵੱਖ ਧਰਮਾਂ ਨੂੰ ਫੋਲੋ ਕਰ ਰਹੇ ਹਨ, ਅਲੱਗ-ਅਲੱਗ ਧਰਮਾਂ ਦਾ ਹਿੱਸਾ ਹੈ, ਪਰ ਫਿਰ ਵੀ ਇੱਕ ਸੈਕੂਲਰ ਸਟੇਟ ਵਜੋਂ ਜਾਂ ਇੱਕ ਸੈਕੂਲਰ ਕੰਟਰੀ ਵਜੋਂ ਭਾਰਤ ਨੂੰ ਜਾਣਿਆ ਜਾ ਰਿਹਾ ਹੈ। ਸੋ ਇਸ ਦਾ ਇਹ ਅਰਥ ਹੋਇਆ ਕਿ ਹਰ ਇੱਕ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਕਿਸੇ ਵੀ ਜਾਤ ਦਾ ਹੈ, ਉਸਨੂੰ ਦੂਜਿਆਂ ਦੇ ਨਾਲ ਪੂਰੀ ਬਰਾਬਰੀ ਤੇ ਰੱਖਿਆ ਜਾਏਗਾ, ਹਰ ਇੱਕ ਅਧਿਕਾਰ ਤੇ ਹਰ ਇੱਕ ਹੱਕ ਦਿੱਤਾ ਜਾਏਗਾ। ਸੋ ਐਮ ਐਨ ਸ਼੍ਰੀਨਿਵਾਸ ਨੇ ਇਹ ਜੋ ਸ਼ਬਦ ਹੈ ਧਰਮ ਨਿਰਪੇਖਤਾ ਇਹ ਪੇਸ਼ ਕੀਤਾ, ਜਿਸ ਦਾ ਅਰਥ ਕੀ ਹੈ ਸਮਾਜਿਕ ਜੀਵਨ ਅਤੇ ਧਰਮ ਬਾਰੇ ਤਬਦੀਲੀ। ਕਿ ਉਹ ਧਰਮ ਉਹ ਰੀਤੀ ਰਿਵਾਜ ਧਰਮ ਦੇ ਵਿੱਚ ਜਾਂ ਸਮਾਜਿਕ ਜੀਵਨ ਦੇ ਵਿੱਚ ਜੋ ਲੋਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰ ਰਹੇ ਸੀ, ਜਾਂ ਉਦਾਹਰਨ ਦੇ ਵਜੋਂ ਆਪਾਂ ਬੋਲ ਸਕਦੇ ਹਾਂ ਕਿ ਜਿੱਥੇ ਧਰਮ ਦੀ ਮਹੱਤਤਾ ਪਹਿਲਾਂ ਜ਼ਿਆਦਾ ਹੁੰਦੀ ਸੀ ਪ੍ਰਾਚੀਨ ਸਮਾਜ ਦੇ ਵਿੱਚ, ਹੁਣ ਉੱਥੇ ਹੀ ਆਧੁਨਿਕ ਸਮਾਜ ਦੇ ਵਿੱਚ ਕੀ ਹੈ ਧਰਮ ਦਾ ਪ੍ਰਭਾਵ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਹੱਦ ਤੱਕ ਘਟ ਗਿਆ ਹੈ। ਸੋ ਆਜ਼ਾਦੀ ਤੋਂ ਬਾਅਦ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਮਿਲਣਾ ਸ਼ੁਰੂ ਹੋਇਆ ਤੇ ਵੋਟ ਪਾਉਣ ਦਾ ਅਧਿਕਾਰ ਵੀ ਮਿਲਣਾ ਸ਼ੁਰੂ ਹੋਇਆ। ਸੋ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਨਾਗਰਿਕ ਜੋ ਭਾਰਤ ਦਾ ਹੈ ਉਹ ਆਜ਼ਾਦੀ ਤੋਂ ਬਾਅਦ ਦੂਜਿਆਂ ਦੇ ਬਿਲਕੁਲ ਬਰਾਬਰ ਸੀ, ਇੱਕ ਸੁਤੰਤਰ ਜ਼ਿੰਦਗੀ ਜੀ ਰਿਹਾ ਹੈ। ਸੋ ਜਿੱਥੇ ਲੋਕ ਘੱਟ ਧਾਰਮਿਕ ਹੋਣਗੇ ਉਸਨੂੰ ਵੀ ਅਸੰਪ੍ਰਦਾਇਕਤਾ ਦਾ ਨਾਮ ਦਿੱਤਾ ਜਾਏਗਾ, ਕਿਉਂਕਿ ਧਾਰਮਿਕ ਵਿਸ਼ਵਾਸ ਕੀ ਹੈ ਜਦੋਂ ਉਹ ਗੈਰ ਧਾਰਮਿਕ ਵਿਸ਼ਵਾਸਾਂ ਦੇ ਅਧੀਨ ਹੋ ਜਾਂਦੇ ਹਨ, ਜਾਂ ਫਿਰ ਗੈਰ ਧਾਰਮਿਕ ਵਿਸ਼ਵਾਸਾਂ ਨੇ ਧਾਰਮਿਕ ਵਿਸ਼ਵਾਸਾਂ ਦੀ ਜਗ੍ਹਾ ਲੈ ਲਈ, ਜਾਂ ਇਸ ਦੇ ਉਲਟਾ ਆਪਾਂ ਬੋਲ ਸਕਦੇ ਹਾਂ ਧਾਰਮਿਕ ਵਿਸ਼ਵਾਸ ਗੈਰ ਧਾਰਮਿਕ ਵਿਸ਼ਵਾਸਾਂ ਤੇ ਕਬਜ਼ਾ ਕਰ ਲੈਂਦੇ ਹਨ। ਕਿਉਂਕਿ ਐਮ ਐਨ ਸ਼੍ਰੀਨਿਵਾਸ ਨੇ ਕੀ ਹੈ ਸਮਾਜਿਕ ਜੀਵਨ ਦੇ ਵਿੱਚ ਧਰਮ ਦੇ ਵਿੱਚ ਪਾਈਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਗੱਲ ਕੀਤੀ ਹੈ, ਉਹ ਸਾਰੀਆਂ ਤਬਦੀਲੀਆਂ ਜੋ ਇੱਕ ਵਿਅਕਤੀ ਦੀ ਜ਼ਿੰਦਗੀ ਲਈ ਮਹੱਤਵਪੂਰਨ ਹਨ। ਸੋ ਜਿਵੇਂ ਸ਼੍ਰੀ ਐਮ ਐਨ ਸ਼੍ਰੀਨਿਵਾਸ ਨੇ ਅੱਗੇ ਵੀ ਧਰਮ ਨਿਰਪੇਖਤਾ ਬਾਰੇ ਕੀ ਕਿਹਾ ਕਿ ਜੋ ਕੁਝ ਵੀ ਪਹਿਲਾਂ ਧਾਰਮਿਕ ਮੰਨਿਆ ਜਾਂਦਾ ਸੀ ਉਹ ਚੀਜ਼ਾਂ ਹੁਣ ਧਾਰਮਿਕ ਨਹੀਂ ਮੰਨੀਆਂ ਜਾਂਦੀਆਂ। ਕਿਉਂ? ਕਿਉਂਕਿ ਵਿਅਕਤੀਆਂ ਦੀ ਜ਼ਿੰਦਗੀ, ਉਹਨਾਂ ਦੀ ਸੋਚ, ਉਹਨਾਂ ਦਾ ਰਵੱਈਆ, ਜ਼ਿੰਦਗੀ ਜੀਣ ਦਾ ਢੰਗ, ਜੀਵਨ ਸ਼ੈਲੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਫੀ ਹੱਦ ਤੱਕ ਪਰਿਵਰਤਨ ਦੇਖਣ ਨੂੰ ਮਿਲਿਆ। ਸੋ ਇਸ ਕਰਕੇ ਸਮਾਜ ਦੇ ਵਿੱਚ ਜਿੰਨੇ ਵੀ ਵਿਅਕਤੀ ਹੈ ਉਹਨਾਂ ਨੇ, ਕਿਉਂਕਿ ਆਧੁਨਿਕ ਸਮਾਜ ਦੇ ਵਿੱਚ ਵਿਅਕਤੀ ਨੇ ਪ੍ਰਵੇਸ਼ ਕੀਤਾ ਤੇ ਪ੍ਰਾਚੀਨ ਸਮਾਜ ਤੋਂ ਨਿਕਲ ਕੇ ਕਾਫੀ ਹੱਦ ਤੱਕ ਧਰਮ ਨਾਲ ਸੰਬੰਧਿਤ ਰੀਤੀ ਰਿਵਾਜ, ਪਰੰਪਰਾਵਾਂ ਜਾਂ ਧਰਮ ਦੇ ਉੱਤੇ ਹੀ ਜੋ ਪ੍ਰਭਾਵ ਹੈ ਲੋਕਾਂ ਦਾ ਉਹ ਘਟ ਗਿਆ ਹੈ, ਧਰਮ ਦਾ ਅਸਰ ਲੋਕਾਂ ਦੀ ਜ਼ਿੰਦਗੀ ਉੱਤੇ ਘਟ ਗਿਆ। ਸੋ ਧਰਮ ਨਿਰਪੇਖਤਾ ਜੋ ਸ਼ਬਦ ਹੈ ਉਸਦਾ ਅਰਥ ਕੀ ਹੈ, ਜੋ ਕੁਝ ਵੀ ਪਹਿਲਾਂ ਧਾਰਮਿਕ ਮੰਨਿਆ ਜਾਂਦਾ ਸੀ ਉਹ ਉਸ ਤਰ੍ਹਾਂ ਹੁਣ ਨਹੀਂ ਮੰਨਿਆ ਜਾ ਰਿਹਾ। ਸੋ ਇਸ ਦਾ ਅਰਥ ਵਿਭੇਦੀਕਰਨ ਦੀ ਇੱਕ ਪ੍ਰਕਿਰਿਆ। ਦੇਖੋ ਵਿਭੇਦੀਕਰਨ ਕੀ ਹੈ? ਵਿਭੇਦੀਕਰਨ ਮਤਲਬ ਸਮਾਜ ਆਪਣਾ ਵੱਖ-ਵੱਖ ਅੰਗਾਂ ਦੇ ਵਿੱਚ, ਵੱਖ-ਵੱਖ ਭਾਗਾਂ ਦੇ ਵਿੱਚ ਵੰਡਿਆ ਹੋਇਆ, ਹਰ ਇੱਕ ਵਿਅਕਤੀ ਦੂਸਰੇ ਨਾਲੋਂ ਅਲੱਗ ਹੈ, ਕੋਈ ਉੱਚੇ ਵਰਗ ਦੇ ਵਿੱਚ ਹੈ, ਕੋਈ ਨੀਵੇਂ ਵਰਗ ਦੇ ਵਿੱਚ। ਸੋ ਵਿਭੇਦੀਕਰਨ ਦੀ ਇੱਕ ਪ੍ਰਕਿਰਿਆ ਹੈ ਜੋ
ਹੈ ਜਿਹੜੀ ਕਿ ਸਮਾਜ ਦੇ ਵੱਖ-ਵੱਖ ਪਹਿਲੂਆਂ ਦੇ ਨਾਲ ਕੀ ਹੈ ਦੇ ਵਿੱਚ ਦੇਖੀ ਜਾਂਦੀ ਹੈ, ਭਾਵੇਂ ਉਹ ਆਰਥਿਕ ਹੈ, ਰਾਜਨੀਤਿਕ, ਕਾਨੂੰਨੀ ਹੈ ਜਾਂ ਨੈਤਿਕ ਤੇ ਇੱਕ ਦੂਸਰੇ ਤੋਂ ਵਧੇਰੇ ਅਲੱਗ ਹੋਣ ਵਿੱਚ ਦੇਖੀ ਜਾਂਦੀ ਹੈ। ਸੋ ਹਰ ਇੱਕ ਪਹਿਲੂ ਇਸ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ, ਭਾਵੇਂ ਉਹ ਧਾਰਮਿਕ ਹੈ, ਸਮਾਜਿਕ, ਆਰਥਿਕ, ਰਾਜਨੀਤਿਕ, ਕਾਨੂੰਨੀ ਜਾਂ ਨੈਤਿਕ ਪਹਿਲੂ ਦੀ ਗੱਲ ਕਿਉਂ ਨਾ ਹੋਵੇ। ਸੋ ਅੱਗੇ ਚੱਲਾਂਗੇ ਇਸ ਦੇ ਕਾਰਕਾਂ ਵੱਲ। ਹੁਣ ਕਾਰਕ ਕੀ ਹੈ ਕਿ ਉਹ ਫੈਕਟਰਸ, ਉਹ ਕਾਰਨ ਜਿਸ ਦੇ ਨਾਲ ਸਮਾਜ ਦੇ ਵਿੱਚ ਧਰਮ ਨਿਰਪੇਖਤਾ ਦੇਖਣ ਨੂੰ ਮਿਲਦੀ। ਸੋ ਥੋੜਾ ਜਿਹਾ ਧਰਮ ਨਿਰਪੇਖਤਾ ਬਾਰੇ ਇੱਕ ਹੋਰ ਮੈਂ ਇੱਥੇ ਲਾਈਨ ਐਡ ਕਰਨਾ ਚਾਹਾਂਗੀ ਕਿ ਜੋ ਧਾਰਮਿਕ, ਜਿਵੇਂ ਸੋਸ਼ੋਲੋਜਿਸਟ ਹੋਏ ਹੈ ਵਿਲਬਰਟ ਮੋਰੇ। ਸੋ ਵਿਲਬਰਟ ਮੋਰੇ ਨੇ ਕੀ ਕਿਹਾ, ਧਾਰਮਿਕ ਵਿਸ਼ਵਾਸ ਅਤੇ ਕਿਰਿਆਵਾਂ ਦਾ ਸਥਾਨ ਕੀ ਹੈ, ਗੈਰ ਧਾਰਮਿਕ ਵਿਸ਼ਵਾਸਾਂ ਤੇ ਕਿਰਿਆਵਾਂ ਨੇ ਲੈ ਲਿਆ ਹੈ, ਜਿਸ ਨੂੰ ਧਰਮ ਨਿਰਪੇਖਤਾ ਦਾ ਨਾਮ ਦੇ ਦਿੱਤਾ ਗਿਆ। ਕਿ ਜੋ ਚੀਜ਼ ਵਿਅਕਤੀ ਪਹਿਲਾਂ ਪ੍ਰਾਚੀਨ ਸਮਾਜ ਦੇ ਵਿੱਚ ਜਿਸ ਤੋਂ ਪਹਿਲਾਂ ਵੱਧ ਧਾਰਮਿਕ ਮੰਨਿਆ ਜਾਂਦਾ ਸੀ, ਜਿਸ ਚੀਜ਼ ਦੇ ਉੱਤੇ ਵੱਧ ਵਿਸ਼ਵਾਸ ਕੀਤਾ ਜਾਂਦਾ ਸੀ, ਉਦਾਹਰਨ ਦੇ ਤੌਰ ਤੇ ਜੇ ਕਬਾਇਲੀ ਸਮਾਜ ਦੀ ਗੱਲ ਕਰੀਏ ਤਾਂ ਟੋਟਮਵਾਦ ਦਾ ਜੋ ਕਨਸੈਪਟ ਸੀ ਉਹ ਪਾਇਆ ਜਾਂਦਾ ਸੀ। ਉਸ ਟੋਟਮ ਦੀ, ਉਸ ਪੱਥਰ ਦੀ, ਉਸ ਜੀਵ ਦੀ ਪੂਜਾ ਕੀਤੀ ਜਾਂਦੀ ਸੀ, ਆਪਣੇ ਰੱਬ ਵਾਂਗੂ ਉਸ ਨੂੰ ਸਮਝਿਆ ਜਾਂਦਾ ਸੀ। ਹੁਣ ਉਹ ਚੀਜ਼, ਉਹ ਪ੍ਰਭਾਵ ਜਾਂ ਉਹ ਧਰਮ ਦੀਆਂ ਚੀਜ਼ਾਂ ਦਾ ਪ੍ਰਭਾਵ ਲੋਕਾਂ ਉੱਤੇ ਘਟ ਗਿਆ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕਿ ਜੋ ਧਾਰਮਿਕ ਵਿਸ਼ਵਾਸ ਹੈ ਤੇ ਜੋ ਧਾਰਮਿਕ ਕਿਰਿਆਵਾਂ ਵੀ ਹੈ, ਉਹਨਾਂ ਦੀ ਜਗ੍ਹਾ ਗੈਰ ਧਾਰਮਿਕ ਵਿਸ਼ਵਾਸਾਂ ਨੇ ਜਾਂ ਕਿਰਿਆਵਾਂ ਨੇ ਲੈ ਲਈ, ਜਿਸ ਨੂੰ ਅਸੰਪਰਦਾਇਕਤਾ ਦਾ ਨਾਮ ਦਿੱਤਾ ਜਾਏਗਾ ਤੇ ਇਸ ਨੂੰ ਧਰਮ ਨਿਰਪੇਖਤਾ ਵੀ ਕਹਿ ਦਿੱਤਾ ਜਾਏਗਾ। ਕਿਉਂਕਿ ਲੋਕਾਂ ਦੇ ਵਿੱਚ ਜੋ ਵਿਅਕਤੀਵਾਦੀ ਭਾਵਨਾ ਹੈ ਉਸ ਦਾ ਵਿਕਾਸ ਹੋਇਆ, ਸਮੂਹਿਕ ਭਾਵਨਾ ਛੱਡ ਕੇ ਵਿਅਕਤੀਵਾਦੀ ਭਾਵਨਾ ਦਾ, ਇੰਡੀਵਿਜੂਅਲਿਜ਼ਮ ਕਨਸੈਪਟ ਦਾ ਜੋ ਇੱਕ ਬਰਥ ਹੈ, ਇਹਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ। ਹੁਣ ਇੱਥੇ ਇੱਕ ਉਦਾਹਰਨ ਦੇਣਾ ਜ਼ਰੂਰ ਬਣਦਾ ਹੈ। ਉਦਾਹਰਨ ਦੇ ਤੌਰ ਤੇ ਗੱਲ ਕਰਾਂਗੇ ਕਿ ਜਿਵੇਂ ਨਾਮਕਰਨ ਸੰਸਕਾਰ ਹੈ, ਇੱਕ ਬੱਚਾ ਦਾ ਜੋ ਜਨਮ ਹੁੰਦਾ ਹੈ, ਉਸਦਾ ਜਦੋਂ ਨਾਮ ਰੱਖਿਆ ਜਾਂਦਾ ਹੈ, ਸੋ ਅੱਜ ਕੀ ਹੈ, ਇਹ ਇੱਕ ਧਾਰਮਿਕ ਕਿਰਿਆ ਨਾ ਹੋ ਕੇ ਇੱਕ ਮਨੋਰੰਜਨ ਦਾ ਸਾਧਨ ਬਣ ਕੇ ਹੀ ਇਹ ਜੋ ਕਿਰਿਆ ਹੈ ਉਹ ਰਹਿ ਗਈ। ਇਸ ਕਰਕੇ ਨਾਮਕਰਨ ਸੰਸਕਾਰ ਨੂੰ ਅੱਜ ਇੱਕ ਧਾਰਮਿਕ ਕਿਰਿਆ ਨਾ ਮੰਨ ਕੇ ਇੱਕ ਸਮਾਜਿਕ ਅਵਸਰ ਮੰਨਿਆ ਜਾਂਦਾ ਹੈ, ਜਦੋਂ ਸਭ ਇਕੱਠੇ ਹੋ ਕੇ ਕੀ ਹੈ ਮौज ਮਸਤੀ ਕਰਦੇ। लेकिन इस दे पीछे इस जो ये जो क्रिया हो रही है या जो संस्कार है नामकरण संस्कार, इस दे पीछे जो एक डूंगा जो एक अर्थ है उसको समझने की कोशिश नहीं की जा रही, जिस दे अधीन ये कह सकते हाँ कि धर्म का प्रभाव लोगों की जिंदगी ते बहुत ही घट हो गया है। सो कारकां दे वल देखांगे, ਵੱਖ-ਵੱਖ कारक है। सब तो पहला ਤਾਂ ਉਹ ਕਾਰਨ ਜਿਸ ਦੇ ਨਾਲ ਸਮਾਜ ਦੇ ਵਿੱਚ ਅਸੰਪਰਦਾਇਕਤਾ ਦਾ ਜਨਮ ਹੋਇਆ ਦੇਖਣ ਨੂੰ ਮਿਲਿਆ। ਸੋ ਪਹਿਲਾ ਪੁਆਇੰਟ ਹੈ ਆਧੁਨਿਕ ਸਿੱਖਿਆ। ਸੋ ਆਧੁਨਿਕ ਸਿੱਖਿਆ ਕੀ ਹੈ ਕਿ ਮਾਡਰਨ ਐਜੂਕੇਸ਼ਨ ਸਮਾਜ ਦੇ ਵਿੱਚ ਆਧੁਨਿਕ ਤੌਰ ਦੇ ਉੱਤੇ ਸਿੱਖਿਆ ਦੇਖਣ ਨੂੰ ਮਿਲੀ, ਕਿਉਂਕਿ ਪ੍ਰਾਚੀਨ ਹਰ ਇੱਕ ਟੌਪਿਕ ਨੂੰ, ਹਰ ਇੱਕ ਪੁਆਇੰਟ ਨੂੰ ਪ੍ਰਾਚੀਨ ਸਮਾਜ ਤੋਂ ਲੈ ਕੇ ਆਧੁਨਿਕ ਸਮਾਜ ਦੇ ਵੱਲ ਲੈ ਕੇ ਜਾਵਾਂਗੇ। ਸੋ ਪ੍ਰਾਚੀਨ ਸਮਾਜ ਦੇ ਵਿੱਚ ਕੀ ਸੀ ਕਿ ਸਮਾਜ ਆਪਣਾ ਧਾਰਮਿਕ ਵੱਧ ਸੀ, ਲੋਕ ਵੱਧ ਧਾਰਮਿਕ ਸੀ ਤੇ ਸਮਾਜ ਜਾਤੀ ਦੇ ਉੱਤੇ ਆਧਾਰਿਤ ਸੀ। ਹੁਣ ਜਾਤ ਕੀ ਹੈ ਕਿ ਵੱਖ-ਵੱਖ ਲੋਕ ਅਲੱਗ-ਅਲੱਗ ਜਨਮ ਤੋਂ ਅਲੱਗ-ਅਲੱਗ ਜਾਤਾਂ ਦੇ ਵਿੱਚ ਵੰਡੇ ਹੋਏ ਹਨ। ਉਦਾਹਰਨ ਜਾਤੀਆਂ ਦੇ ਕੀ ਕਿਸਮਾਂ ਹਨ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਬ੍ਰਾਹਮਣਾਂ ਨੂੰ ਉੱਚਾ ਸਮਝਿਆ ਜਾਂਦਾ ਸੀ, ਉਵੇਂ ਹੀ ਸ਼ੂਦਰਾਂ ਨੂੰ ਨੀਵਾਂ ਦਰਜਾ ਦਿੱਤਾ ਜਾਂਦਾ ਸੀ। ਸੋ ਇੱਥੇ ਆਧੁਨਿਕ ਸਿੱਖਿਆ ਦਾ ਇਸ ਦੇ ਨਾਲ ਕਿਵੇਂ ਕੰਬਾਈਨ ਕਰਾਂਗੇ ਆਪਾਂ ਕਿ ਜੇ ਪ੍ਰਾਚੀਨ ਸਮਾਜ ਹੈ ਉੱਥੇ ਕੀ ਹੁੰਦਾ ਸੀ ਕਿ ਕੇਵਲ ਉੱਚੀ ਜਾਤਾਂ ਦੇ ਲੋਕਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਹੀ ਸਿੱਖਿਆ ਦਿੱਤੀ ਜਾਂਦੀ ਸੀ ਤੇ ਜੋ ਸਿੱਖਿਆ ਸੀ ਉਹ ਧਾਰਮਿਕ ਹੁੰਦੀ ਸੀ। ਸਿਰਫ ਮੰਦਿਰਾਂ ਮਸਜਿਦਾਂ ਦੇ ਵਿੱਚ ਹੀ ਧਰਮ ਦੇ ਨਾਲ ਸੰਬੰਧਿਤ ਸਿੱਖਿਆ ਦਿੱਤੀ ਜਾਂਦੀ ਸੀ। ਪਰ ਹੌਲੀ-ਹੌਲੀ ਜਦੋਂ ਕਾਨੂੰਨ ਬਣਨਾ ਸ਼ੁਰੂ ਹੋਇਆ, ਆਜ਼ਾਦੀ ਹੋਈ, ਉਸ ਤੋਂ ਬਾਅਦ ਕੀ ਹੈ ਕਾਫੀ ਕੁਝ ਬਦਲਾਵ ਆਇਆ। ਲੋਕਾਂ ਦੇ ਜੀਵਨ ਦੇ ਵਿੱਚ ਵੀ ਬਦਲਾਵ ਆਇਆ ਤੇ ਇਸ ਦੇ ਨਾਲ-ਨਾਲ ਕੀ ਹੈ ਸਿੱਖਿਆ ਦੇ ਜੋ ਸਿੱਖਿਆ ਦਾ ਜੋ ਇੱਕ ਕਨਸੈਪਟ ਸੀ ਉਸ ਦੇ ਵਿੱਚ ਵੀ ਪਰਿਵਰਤਨ ਦੇਖਣ ਨੂੰ ਮਿਲਿਆ। ਸੋ ਨੀਵੀਂ ਜਾਤ ਦਾ ਵਿਅਕਤੀ ਸਿੱਖਿਆ ਪ੍ਰਾਪਤ ਕਰਨ ਤੋਂ ਕੀ ਸੀਗਾ ਵਾਂਝਾ ਰਹਿ ਜਾਂਦਾ ਸੀ। ਕਿਉਂ? ਕਿਉਂਕਿ ਉੱਚੀ ਜਾਤਾਂ ਦੇ ਲੋਕਾਂ ਨੂੰ ਪਿਓਰ ਮੰਨਿਆ ਜਾਂਦਾ ਸੀ, ਉਹਨਾਂ ਦੀ ਜੋ ਸਥਿਤੀ ਸੀ ਉਹ ਸਮਾਜ ਦੇ ਵਿੱਚ ਉੱਚੀ ਮੰਨੀ ਜਾਂਦੀ ਸੀ। ਇਸ ਦੇ ਕਾਰਨ ਜਿੰਨੇ ਵੀ ਲੋਕ ਉੱਚੀ ਜਾਤ ਦੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਸਿੱਖਿਆ ਦਾ, ਵਿੱਦਿਆ ਦਾ ਅਵਸਰ ਦਿੱਤਾ ਜਾਂਦਾ ਸੀ, ਪਰ ਨੀਵੀਆਂ ਜਾਤਾਂ ਵਾਲੇ ਬੱਚਿਆਂ ਨੂੰ ਜਾਂ ਵਿਅਕਤੀਆਂ ਨੂੰ ਉਸ ਪਾਠਸ਼ਾਲਾ ਤੋਂ ਜਾਂ ਉਸ ਵਿੱਦਿਆ ਤੋਂ ਬਿਲਕੁਲ ਹੀ ਵਾਂਝਾ ਕਰ ਦਿੱਤਾ ਜਾਂਦਾ ਸੀ। ਇਹ ਲੋਕਾਂ ਦੁਆਰਾ ਹੀ ਬਣਾਏ ਗਏ ਸੰਸਕਾਰ ਸੀ ਜਿਨ੍ਹਾਂ ਦੇ ਉੱਤੇ ਅੰਧ ਵਿਸ਼ਵਾਸ ਦੇ ਢੰਗ ਦੇ ਨਾਲ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਦੇ ਜਾ ਰਹੇ ਸੀ। ਸੋ ਜਿਵੇਂ
ਹੌਲੀ-ਹੌਲੀ ਧਾਰਮਿਕ ਸਿੱਖਿਆ ਦੇ ਆਉਣ ਦੇ ਨਾਲ ਕੀ ਹੈ, ਜਾਤ ਦੀ ਮਹੱਤਤਾ ਵੀ ਘਟ ਗਈ, ਧਰਮ ਦੀ ਮਹੱਤਤਾ ਘਟ ਗਈ, ਕਿਉਂਕਿ ਪੱਛਮੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਪੱਛਮੀ ਦੇਸ਼ਾਂ ਤੋਂ, ਵੈਸਟਰਨ ਕੰਟਰੀਜ਼ ਤੋਂ ਭਾਰਤ ਨੇ ਕਾਫੀ ਕੁਛ ਹਾਸਲ ਕੀਤਾ ਹੈ। ਭਾਵੇਂ ਜ਼ਿੰਦਗੀ ਜੀਣ ਦਾ ਢੰਗ ਹੋਵੇ, ਲਾਈਫ ਸਟਾਈਲ ਹੈ, ਕੱਪੜੇ ਪਾਉਣ ਦਾ ਢੰਗ, ਆਧੁਨਿਕ ਸਿੱਖਿਆ ਕਿਉਂ ਨਾ ਹੈ, ਜਾਂ ਹੋਰ ਜਿਵੇਂ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ ਜੋ ਬ੍ਰਿਟਿਸ਼ਰਸ ਲੈ ਕੇ ਆਏ ਸੀ, ਅੰਗਰੇਜ਼ ਲੈ ਕੇ ਆਏ ਸੀ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਜੋ ਜਿਵੇਂ-ਜਿਵੇਂ ਸਮਾਜ ਤਰੱਕੀ ਹੁੰਦੀ ਗਈ, ਜਿਵੇਂ-ਜਿਵੇਂ ਆਧੁਨਿਕ ਸਿੱਖਿਆ ਆਉਂਦੀ ਗਈ, ਉਵੇਂ-ਉਵੇਂ ਇੱਕ ਵਿਅਕਤੀ ਵੀ ਸੁਤੰਤਰ ਬਣਦਾ ਗਿਆ ਤੇ ਉਸਨੇ ਆਪਣੀਆਂ ਜ਼ਰੂਰਤਾਂ ਆਪਣੇ ਅਨੁਸਾਰ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਜਦੋਂ ਭਾਰਤ ਸੁਤੰਤਰ ਹੋਇਆ ਤਾਂ ਕੀ ਹੈ, ਜੋ ਪਰਿਵਰਤਨ ਆਉਣੇ ਸ਼ੁਰੂ ਹੋਏ ਉਹ ਅੰਗਰੇਜ਼ੀ ਸਰਕਾਰ ਦੇ ਦੁਆਰਾ ਆਉਣੇ ਹੀ ਸ਼ੁਰੂ ਹੋਏ, ਔਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੈ, ਭਾਰਤ ਨੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ। ਇਸ ਲਈ ਆਧੁਨਿਕ ਸਿੱਖਿਆ ਦੇ ਨਾਲ ਜੋ ਰੂੜੀਵਾਦੀ ਵਿਚਾਰ ਸੀ, ਉਹ ਸਾਰੇ ਵਿਚਾਰ ਉਹਨਾਂ ਦਾ ਖਾਤਮਾ ਹੋਣ ਲੱਗ ਪਿਆ, ਕਿਉਂਕਿ ਲੋਕਾਂ ਨੂੰ ਹੁਣ ਸਿੱਖਿਆ ਦਾ ਮਹੱਤਵ ਪਤਾ ਲੱਗਣ ਲੱਗ ਗਿਆ। ਪਹਿਲਾਂ ਬੱਚਿਆਂ ਨੂੰ ਨਹੀਂ ਪੜ੍ਹਾਇਆ ਜਾਂਦਾ ਸੀ, ਅਨਪੜ੍ਹ ਵੱਧ ਜਨਸੰਖਿਆ ਹੁੰਦੀ ਸੀ। ਹੌਲੀ-ਹੌਲੀ ਜਿੱਥੇ ਸਾਰਾ ਵਿਕਾਸ ਹੋਣਾ ਸ਼ੁਰੂ ਹੋਇਆ, ਉੱਥੇ ਲੋਕਾਂ ਨੇ ਸਿੱਖਿਆ ਦਾ ਅਸਲੀ ਮਹੱਤਵ ਸਮਝਣਾ ਸ਼ੁਰੂ ਕੀਤਾ, ਆਪਣੇ ਆਪ ਨੂੰ ਵੀ ਸਿੱਖਿਅਕ ਕੀਤਾ ਤੇ ਆਪਣੇ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਵੀ ਸਿੱਖਿਆ ਦੇ ਪ੍ਰਭਾਵ ਹੇਠ ਲਿਆ ਕੇ ਕੀ ਹੈ, ਉਹਨਾਂ ਨੂੰ ਆਧੁਨਿਕ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਕਿਉਂਕਿ ਆਧੁਨਿਕ ਸਿੱਖਿਆ ਪਹਿਲਾਂ ਤੇ ਜਿਵੇਂ ਪ੍ਰਾਚੀਨ ਜ਼ਮਾਨੇ ਦੀ ਗੱਲ ਕੀਤੀ ਹੈ, ਸਮਾਜ ਦੀ ਗੱਲ ਕੀਤੀ, ਉੱਥੇ ਸਿਰਫ ਮੰਦਿਰਾਂ ਮਸਜਿਦਾਂ ਦੇ ਵਿੱਚ ਜਾਂ ਉੱਚੀ ਜਾਤਾਂ ਦੇ ਲੋਕਾਂ ਨੂੰ ਹੀ ਸਿੱਖਿਆ, ਔਰ ਸਿਰਫ ਲੜਕਿਆਂ ਨੂੰ ਹੀ ਸਿੱਖਿਆ ਦਿੱਤੀ ਜਾਂਦੀ ਸੀ। ਹੌਲੀ-ਹੌਲੀ ਲੜਕੀਆਂ ਨੂੰ, ਕੁੜੀਆਂ ਨੂੰ ਸਿੱਖਿਆ ਦੇਣੀ ਸ਼ੁਰੂ ਕਰਤੀ ਹੈ। ਇਸ ਕਰਕੇ ਸਿੱਖਿਆ ਦੇ ਆਧਾਰ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਭੇਦਭਾਵ ਨਹੀਂ ਰੱਖਿਆ ਜਾ ਰਿਹਾ, ਜਿਸ ਦੇ ਨਾਲ ਅਸੰਪਰਦਾਇਕਤਾ ਦਾ ਜਨਮ ਹੋਇਆ, ਧਰਮ ਨਿਰਪੇਖਤਾ ਵੀ ਸਮਾਜ ਦੇ ਵਿੱਚ ਦੇਖਣ ਨੂੰ ਮਿਲੀ। ਕਿਉਂਕਿ ਪਹਿਲਾਂ ਜੇ ਪਰਦਾ ਪ੍ਰਥਾ ਦੇਖਣ ਨੂੰ ਮਿਲਦੀ ਸੀ, ਜਿਸ ਦੇ ਵਿੱਚ ਔਰਤਾਂ ਨੂੰ ਹਮੇਸ਼ਾ ਪਰਦੇ ਦੇ ਵਿੱਚ ਹੀ ਰਹਿਣਾ ਪੈਂਦਾ ਸੀ। ਸੋ ਜਿੱਥੇ ਸਿੱਖਿਆ ਉੱਪਰ ਉੱਠ ਗਈ, ਉੱਥੇ ਸਾਰੀਆਂ ਪ੍ਰਥਾਵਾਂ ਜੋ ਸਮਾਜ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਹੀਆਂ ਸੀ, ਉਹ ਸਾਰੀਆਂ ਦਾ ਜੋ ਅਸਰ ਹੈ ਉਹ ਲੋਕਾਂ ਦੇ ਉੱਤੇ ਘਟਣਾ ਸ਼ੁਰੂ ਹੋ ਗਿਆ, ਜੋ ਇੱਕ ਵਧੀਆ ਆਸਪੈਕਟ ਸੀ ਸਮਾਜ ਨੂੰ ਵਿਕਾਸ ਦੇ ਅੱਗੇ ਲੈ ਕੇ ਜਾਣ ਦਾ। ਅਗਲਾ ਪੁਆਇੰਟ ਹੈ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ। ਹੁਣ ਆਵਾਜਾਈ ਦੇ ਤੇ ਸੰਚਾਰ ਦੇ ਸਾਧਨ ਕਿਹੜੇ ਹੋਣਗੇ? ਮੀਨਸ ਆਫ ਟਰਾਂਸਪੋਰਟੇਸ਼ਨ ਐਂਡ ਕਮਿਊਨੀਕੇਸ਼ਨ। ਹੁਣ ਆਵਾਜਾਈ ਦੇ ਵਿੱਚ ਉਹ ਸਾਰੇ, ਕਿਉਂਕਿ ਪਹਿਲਾਂ ਸੜਕਾਂ ਇੰਨੀਆਂ ਪੱਕੀਆਂ ਨਹੀਂ ਸੀ ਬਣੀਆਂ ਹੋਈਆਂ, ਰੋਡ ਫੈਸਿਲਿਟੀ ਨਹੀਂ ਸੀ ਕਿ ਪਿੰਡਾਂ ਨੂੰ ਜੋ ਸ਼ਹਿਰਾਂ ਤੱਕ ਲਿੰਕ ਕਰ ਸਕਣ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ ਤਾਂ ਆਵਾਜਾਈ ਦਾ ਜੋ ਸਾਧਨ ਸੀ ਉਹਨਾਂ ਦਾ ਵਿਕਾਸ ਹੋਇਆ, ਜਿਵੇਂ ਬੱਸ ਜਾਂ ਆਪਣੀਆਂ ਪਰਸਨਲ ਗੱਡੀਆਂ ਸ਼ੁਰੂ ਹੋਈਆਂ। ਸੋ ਜਿਸ ਦੇ ਬੱਸ, ਟ੍ਰੇਨ ਕਹਿ ਸਕਦੇ ਹੋ ਤੁਸੀਂ। ਇਹ ਸਾਰੀਆਂ ਚੀਜ਼ਾਂ ਨੇ ਇੱਕ ਪਿੰਡ ਨੂੰ ਇੱਕ ਟਾਊਨ ਦੇ ਨਾਲ ਜਾਂ ਇੱਕ ਸ਼ਹਿਰ ਦੇ ਨਾਲ ਜੋੜਨਾ ਸ਼ੁਰੂ ਕੀਤਾ, ਤੇ ਵਿਅਕਤੀ ਕੀ ਕਰਦੇ ਸੀ, ਨੌਕਰੀ ਦੀ ਭਾਲ ਵਾਸਤੇ ਵੀ ਜਾਂ ਉੱਚੀ ਸਿੱਖਿਆ ਲੈਣ ਵਾਸਤੇ ਵੀ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਜਾਣਾ ਸ਼ੁਰੂ ਕੀਤਾ। ਸੋ ਇਹ ਜੋ ਪ੍ਰਵਾਸ ਹੋਣਾ ਸ਼ੁਰੂ ਹੋਇਆ, ਜੋ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਤੇ ਜਾਣਾ ਸ਼ੁਰੂ ਕੀਤਾ, ਇਸ ਦਾ ਇਹ ਇੱਕ ਪੋਜ਼ਿਟਿਵ ਆਸਪੈਕਟ ਇਹ ਰਿਹਾ ਕਿ ਲੋਕਾਂ ਨੇ ਨਵੀਆਂ ਚੀਜ਼ਾਂ ਨੂੰ ਅਪਣਾਉਣਾ ਸ਼ੁਰੂ ਕੀਤਾ। ਜਾਤ ਪਾਤ ਤੋਂ ਬਿਲਕੁਲ ਰਹਿਤ, ਜੋ ਛੂਤ ਛਾਤ ਤੋਂ ਬਿਲਕੁਲ ਰਹਿਤ, ਵਹਿਮ ਭਰਮ ਤੋਂ ਬਿਲਕੁਲ ਦੂਰ ਰਹਿ ਕੇ ਕੀ ਹੈ, ਹਰ ਇੱਕ ਵਿਅਕਤੀ ਨੂੰ, ਭਾਵੇਂ ਉਹ ਉੱਚੀ ਜਾਤ ਦਾ ਹੈ ਜਾਂ ਨੀਵੀਂ ਜਾਤ ਦਾ, ਉਸਦੇ ਕੋਲ ਪੈਸਾ ਵੱਧ ਹੈ ਜਾਂ ਆਰਥਿਕ ਸਥਿਤੀ ਉਹਦੀ ਨੀਵੀਂ ਹੈ, ਇਹ ਸਾਰੀਆਂ ਚੀਜ਼ਾਂ ਬਾਰੇ ਵਿਅਕਤੀ ਨੇ ਜਾਣਨਾ ਸ਼ੁਰੂ ਕੀਤਾ ਤੇ ਲੋਕਾਂ ਨੂੰ ਅਸੈਪਟ ਕਰਨਾ ਵੀ, ਪ੍ਰਵਾਨ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਕਰਕੇ ਜਿਵੇਂ ਬੱਸਾਂ, ਰੇਲ ਗੱਡੀਆਂ, ਇਹ ਵਿਅਕਤੀ ਕੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੀ ਉਹ ਫੈਸਿਲਿਟੀਜ਼, ਇਹ ਸਾਰੀਆਂ ਜੋ ਸੁਵਿਧਾਵਾਂ ਹੈ ਉਹਦਾ ਲਾਭ ਮਾਣਨ ਲੱਗ ਗਿਆ, ਤੇ ਜਿੱਥੇ ਪਵਿੱਤਰ ਤੇ ਅਪਵਿੱਤਰ ਦਾ ਕੰਸੈਪਟ ਆਉਂਦਾ ਸੀ, ਉਹ ਚੀਜ਼ਾਂ ਦੇ ਵਿੱਚ ਵੀ ਕਾਫੀ ਪ੍ਰਭਾਵ ਪਿਆ। ਸੋ ਕਮਿਊਨੀਕੇਸ਼ਨ, ਸੰਚਾਰ ਦੇ ਸਾਧਨਾਂ ਦਾ ਵੀ ਵਿਕਾਸ ਹੋਇਆ। ਇੱਕ ਵਿਅਕਤੀ ਇੱਕ ਜਗ੍ਹਾ ਤੇ ਬੈਠ ਕੇ ਦੂਜੇ ਨਾਲ ਈਜ਼ੀਲੀ ਕਮਿਊਨੀਕੇਟ ਕਰ ਸਕਦਾ ਹੈ, ਜਿਸ ਦੇ ਨਾਲ ਕੀ ਹੈ, ਕਈ ਤਰ੍ਹਾਂ ਦਾ ਸਮਾਜ ਦੇ ਵਿੱਚ ਤਰੱਕੀ ਜਾਂ ਵਿਕਾਸ ਵੀ ਦੇਖਣ ਨੂੰ ਮਿਲਿਆ। ਅਗਲਾ ਪੁਆਇੰਟ ਹੈ ਪੱਛਮੀਕਰਨ। ਸੋ ਪੱਛਮੀਕਰਨ, ਦੇਖੋ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਵੈਸਟਰਨਾਈਜੇਸ਼ਨ ਕੰਸੈਪਟ ਕਹਾਂਗੇ, ਵੈਸਟਰਨਾਈਜੇਸ਼ਨ, ਕਿ ਇੰਡੀਆ ਨੇ, ਭਾਰਤ ਨੇ ਪੱਛਮੀ ਦੇਸ਼ਾਂ ਤੋਂ, ਵੈਸਟਰਨ ਕੰਟਰੀਜ਼ ਤੋਂ, ਜੋ ਵੈਸਟ ਡਾਇਰੈਕਸ਼ਨ ਦੇ ਵਿੱਚ ਪੈਂਦੀਆਂ, ਉਹਨਾਂ ਤੋਂ ਕਾਫੀ ਕੁਝ ਸਿੱਖਿਆ ਹੈ ਤੇ ਕਾਫੀ ਕੁਝ ਗ੍ਰਹਿਣ ਕਰਨਾ ਸ਼ੁਰੂ ਕੀਤਾ। ਆਜ਼ਾਦੀ ਤੋਂ ਬਾਅਦ ਜਾਂ ਜਦ ਅੰਗਰੇਜ਼ ਭਾਰਤ ਦੇ ਵਿੱਚ ਸੀ, ਉਸ ਟਾਈਮ ਵੀ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਕੀ ਹੈ,
ਭਾਰਤੀ ਲੋਕ ਪੱਛਮੀ ਸੰਸਕ੍ਰਿਤੀ ਦੇ ਸੰਪਰਕ ਵਿੱਚ ਆਏ। ਉਹਨਾਂ ਨੂੰ ਪੱਛਮੀ ਸੰਸਕ੍ਰਿਤੀ ਬਾਰੇ ਗਿਆਨ ਮਿਲਣਾ ਸ਼ੁਰੂ ਹੋਇਆ, ਉਹਨਾਂ ਨੇ ਕੁਝ ਚੀਜ਼ਾਂ ਨੂੰ ਅਪਣਾਉਣਾ ਸ਼ੁਰੂ ਕੀਤਾ ਤੇ ਉਹ ਪੱਛਮੀ ਸੰਸਕ੍ਰਿਤੀ ਨੇ ਵਿਅਕਤੀਆਂ ਦੇ ਜੀਵਨ ਦੇ ਉੱਤੇ ਪ੍ਰਭਾਵ ਪਾਇਆ। ਵਿਅਕਤੀਵਾਦੀਤਾ ਜਾਂ ਵਿਅਕਤੀਵਾਦ ਦੇਖਣ ਨੂੰ ਮਿਲਿਆ। ਇਸ ਦੇ ਨਾਲ ਕੀ ਹੈ, ਕਈ ਤਰ੍ਹਾਂ ਦੀਆਂ ਪਾਬੰਦੀਆਂ, ਰੂੜੀਆਂ, ਇਹ ਸਾਰੀਆਂ ਚੀਜ਼ਾਂ ਵੀ ਖਤਮ ਹੋ ਗਈਆਂ। ਹੁਣ ਪਾਬੰਦੀਆਂ ਕਿਵੇਂ ਸੀ? ਜਿਵੇਂ ਪਹਿਲਾਂ ਵੀ ਇਹ ਚੀਜ਼ ਗੱਲ ਹੋਈ ਹੈ ਕਿ ਧਰਮ ਦਾ ਪ੍ਰਭਾਵਵਾਦ ਸੀ, ਜਾਤੀ ਦਾ ਪ੍ਰਭਾਵਵਾਦ ਸੀ। ਸੋ ਇੱਥੇ ਪਾਬੰਦੀਆਂ ਕਿਸ ਢੰਗ ਦੀਆਂ ਸੀ ਕਿ ਇੱਕ ਵਿਅਕਤੀ ਆਪਣੀ ਜਾਤ ਤੋਂ ਉਲਟ ਦੂਜੀ ਜਾਤ ਦਾ ਕੰਮ ਜਾਂ ਕੀਤਾ ਨਹੀਂ ਸੀ ਅਪਣਾ ਸਕਦਾ ਤੇ ਅੰਤਰਜਾਤੀ ਵਿਆਹ ਨਹੀਂ ਸੀ ਦੇਖਣ ਨੂੰ ਮਿਲਦੇ। ਜੇ ਕੋਈ ਸ਼ੂਦਰ ਜਾਤ ਦਾ ਹੈ ਤਾਂ ਉਸਨੂੰ ਆਪਣੀ ਹੀ ਜਾਤ ਦਾ ਕੰਮ ਅਪਣਾਉਣਾ ਪੈਂਦਾ ਸੀ ਤੇ ਆਪਣੀ ਹੀ ਜਾਤ ਦੇ ਲੜਕੇ ਜਾਂ ਲੜਕੀ ਦੇ ਨਾਲ ਵਿਆਹ ਕਰਵਾਉਣਾ ਪੈਂਦਾ ਸੀ। ਸੋ ਇਹ ਕੀ ਸੀ? ਪਾਬੰਦੀਆਂ ਸੀ। ਸਮਾਜਿਕ ਜੋ ਸੰਬੰਧ ਹੈ ਉਸਦੇ ਉੱਤੇ ਕਈ ਤਰ੍ਹਾਂ ਦੀਆਂ ਜਾਤੀ ਪ੍ਰਥਾ ਦੇ ਵਿੱਚ ਪਾਬੰਦੀਆਂ ਦੇਖਣ ਨੂੰ ਮਿਲੀਆਂ, ਜਿਸ ਨੇ ਸਮਾਜ ਨੂੰ ਕਾਫੀ ਠੇਸ ਪਹੁੰਚਾਈ ਜਾਂ ਕਹਿ ਸਕਦੇ ਹੋ ਕਿ ਕਾਫੀ ਨੁਕਸਾਨ ਪਹੁੰਚਾਇਆ ਤੇ ਸਮਾਜ ਦੇ ਤਰੱਕੀ ਦੇ ਵਿੱਚ ਇੱਕ ਰੋੜੇ ਵਾਂਗ ਅੱਗੇ ਆਇਆ। ਸੋ ਇਸ ਕਰਕੇ ਜਾਤੀ ਪ੍ਰਥਾ ਦੇ ਦੁਆਰਾ ਲਾਗੂ ਕੀਤੀਆਂ ਗਈਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਵੀ ਖਾਤਮਾ ਹੋਣਾ ਸ਼ੁਰੂ ਹੋ ਗਿਆ ਤੇ ਇਹ ਸਿਰਫ ਪੱਛਮੀਕਰਨ ਕਾਰਨ ਹੀ ਹੋਇਆ ਹੈ। ਪੱਛਮੀਕਰਨ ਦੇ ਕਰਕੇ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ, ਮਤਲਬ ਕਿ ਜਾਤੀ ਪ੍ਰਥਾ ਖਤਮ ਹੋ ਗਈ ਤੇ ਇੱਕ ਵਧੀਆ ਸਮਾਜ ਦਾ ਨਿਰਮਾਣ ਹੋਇਆ। ਕਿਉਂਕਿ ਸਕੂਲ ਸ਼ੁਰੂ ਹੋ ਗਏ, ਇਸ ਦੇ ਨਾਲ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਵਿੱਚ ਵੀ ਵਿਕਾਸ ਹੋਣਾ ਸ਼ੁਰੂ ਹੋਇਆ, ਕਿਉਂਕਿ ਹਰ ਇੱਕ ਜੋ ਪੁਆਇੰਟ ਹੈ ਦੂਸਰੇ ਦੇ ਨਾਲ ਇੰਟਰਲਿੰਕਡ ਹੈ। ਪੱਛਮੀ ਦੇਸ਼ਾਂ ਤੋਂ ਭਾਵੇਂ ਖਾਣਾ ਪੀਣਾ ਲਿੱਤਾ ਗਿਆ, ਭਾਵੇਂ ਉਹ ਸੰਸਕ੍ਰਿਤੀ ਦੇ ਵੱਖ-ਵੱਖ ਤੱਤਾਂ ਨੂੰ ਗ੍ਰਹਿਣ ਕੀਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨੇ ਇੱਕ ਵਿਅਕਤੀ ਨੂੰ ਆਧੁਨਿਕ ਬਣਾਇਆ। ਔਰ ਇਸ ਦੇ ਵਿੱਚ ਪੱਛਮੀਕਰਨ ਦੇ ਵਿੱਚ ਇੱਕ ਹੋਰ ਚੀਜ਼ ਦਾ ਪ੍ਰਭਾਵ ਕੀ ਪਿਆ ਲੋਕਾਂ ਦੀ ਜ਼ਿੰਦਗੀ ਤੇ ਕਿ ਉੱਚੀ ਜਾਤਾਂ ਦੇ ਲੋਕਾਂ ਦੀ ਜੋ ਉੱਚਤਾ ਹੈ ਉਸ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ, ਕਿਉਂਕਿ ਅੰਗਰੇਜ਼ਾਂ ਨੇ ਹਰ ਜਾਤ ਦੇ ਵਿਅਕਤੀ ਨੂੰ ਇੱਕ ਬਰਾਬਰ ਰੱਖਣਾ ਸ਼ੁਰੂ ਕਰ ਦਿੱਤਾ। ਲੋਕਾਂ ਨਾਲ ਭਾਵੇਂ ਉਹ ਕਿਸੇ ਵੀ ਜਾਤ ਦਾ ਹੈ ਬਰਾਬਰੀ ਦਾ ਸਲੂਕ ਕਰਨਾ ਸ਼ੁਰੂ ਕੀਤਾ ਤੇ ਪੱਛਮੀ ਸੰਸਕ੍ਰਿਤੀ ਨੇ ਸਭ ਧਰਮਾਂ ਨੂੰ ਇਕੱਠਾ ਕਰਕੇ ਧਰਮ ਨਿਰਪੇਖਤਾ ਦਾ ਵਿਕਾਸ ਕੀਤਾ ਹੈ। ਇਹ ਚੀਜ਼ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦੀ ਹਾਂ। ਪੱਛਮੀ ਸੰਸਕ੍ਰਿਤੀ ਨੇ ਸਭ ਧਰਮਾਂ ਨੂੰ ਇਕੱਠਾ ਕਰਕੇ ਧਰਮ ਨਿਰਪੇਖਤਾ ਦਾ ਵਿਕਾਸ ਕੀਤਾ, ਜਿਸ ਨੇ ਸਮਾਜ ਨੂੰ ਅੱਗੇ ਲੈ ਕੇ ਇੱਕ ਪੋਜ਼ਿਟਿਵ ਐਸਪੈਕਟ ਸਮਾਜ ਦੇ ਵਿੱਚ ਦੇਖਣ ਨੂੰ ਮਿਲਿਆ। ਸੋ ਇਸ ਪ੍ਰਕਾਰ ਜੋ ਪੱਛਮੀਕਰਨ ਹੈ ਉਸਦੇ ਕਾਰਕਾਂ ਦਾ ਅਸੰਪਰਦਾਇਕਤਾ ਦੀ ਪ੍ਰਕਿਰਿਆ ਉੱਤੇ ਕਾਫੀ ਅਸਰ ਹੋਇਆ ਹੈ, ਕਾਫੀ ਪ੍ਰਭਾਵ ਪਿਆ ਹੈ। ਅਗਲਾ ਪੁਆਇੰਟ ਦੇਖਾਂਗੇ, ਸ਼ਹਿਰੀਕਰਨ ਅਤੇ ਉਦਯੋਗੀਕਰਨ। ਹੁਣ ਸ਼ਹਿਰੀਕਰਨ ਕੀ ਹੈ ਕਿ ਲੋਕ ਅਰਬਨ ਹੋ ਰਹੇ ਹਨ, ਅਰਬਨਾਈਜੇਸ਼ਨ ਕਹਾਂਗੇ ਇਸਨੂੰ, ਤੇ ਉਦਯੋਗੀਕਰਨ ਇੰਡਸਟਰੀਅਲਾਈਜੇਸ਼ਨ। ਸੋ ਜਦੋਂ ਇੱਕ ਵਿਅਕਤੀ ਪਿੰਡ ਨੂੰ ਛੱਡ ਕੇ ਸ਼ਹਿਰ ਦੇ ਵਿੱਚ ਜਾ ਰਿਹਾ ਹੈ ਤਾਂ ਉਸ ਕਨਸੈਪਟ ਨੂੰ ਸ਼ਹਿਰੀਕਰਨ ਦਾ ਨਾਮ ਦੇ ਦਿੱਤਾ ਗਿਆ। ਭਾਵੇਂ ਉਹ ਕੰਮ ਦੀ ਭਾਲ ਲਈ ਜਾ ਰਿਹਾ ਹੈ ਕੋਈ ਵਿਅਕਤੀ, ਜਾਂ ਫਿਰ ਸਿੱਖਿਆ ਲੈਣ ਲਈ, ਵਧੀਆ ਜ਼ਿੰਦਗੀ ਬਤੀਤ ਕਰਨ ਲਈ, ਜਾਂ ਸ਼ਹਿਰਾਂ ਦੀ ਜੋ ਰੌਣਕ ਹੈ ਉਸਨੂੰ ਅਪਣਾਉਣ ਲਈ, ਉਹ ਚਮਕ ਦਮਕ ਨੂੰ ਦੇਖਣ ਲਈ, ਤਾਂ ਜਦ ਵਿਅਕਤੀ ਪਿੰਡ ਨੂੰ ਛੱਡ ਕੇ ਸ਼ਹਿਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਕਨਸੈਪਟ ਨੂੰ ਸ਼ਹਿਰੀਕਰਨ ਦਾ ਨਾਮ ਦੇ ਦਿੱਤਾ ਗਿਆ। ਤੇ ਇਹ ਜੋ ਸ਼ਹਿਰੀਕਰਨ ਹੈ ਤੇ ਉਦਯੋਗੀਕਰਨ ਹੈ, ਜਿੱਥੇ ਉਦਯੋਗ ਦੇਖਣ ਨੂੰ ਮਿਲਿਆ, ਨਵੀਆਂ ਫੈਕਟਰੀਆਂ, ਨਵੀਆਂ ਮਾਈਨਸ, ਨਵੀਆਂ ਕੰਪਨੀਆਂ ਬਣਨੀਆਂ ਸ਼ੁਰੂ ਹੋਈਆਂ, ਲੋਕਾਂ ਨੂੰ ਰੁਜ਼ਗਾਰ ਮਿਲਣਾ ਸ਼ੁਰੂ ਹੋਇਆ। ਤੇ ਜਿੱਥੇ ਰੁਜ਼ਗਾਰ ਲੋਕਾਂ ਨੂੰ ਮਿਲਣਾ ਸ਼ੁਰੂ ਹੋਇਆ ਤੇ ਉੱਥੇ ਲੋਕਾਂ ਨੂੰ ਜਾਤ ਦੇ ਅਨੁਸਾਰ ਜਾਂ ਧਰਮ ਦੇ ਅਨੁਸਾਰ ਉੱਚਾ ਜਾਂ ਨੀਵਾਂ ਨਹੀਂ ਸੀ ਰੱਖਿਆ ਜਾਂਦਾ, ਬਲਕਿ ਉਹਨਾਂ ਦੀ ਵਿਅਕਤੀਗਤ ਕਾਬਲੀਅਤ ਦੇ ਕਾਰਨ, ਉਹਨਾਂ ਦੀ ਮਿਹਨਤ ਜਾਂ ਉਹਨਾਂ ਦੀ ਸਥਿਤੀ ਦੇ ਅਨੁਸਾਰ ਉਸ ਵਿਅਕਤੀ ਨੂੰ ਉਸ ਫੈਕਟਰੀ ਦੇ ਵਿੱਚ ਜਾਂ ਉਸ ਉਦਯੋਗ ਦੇ ਵਿੱਚ ਉਹ ਸਥਾਨ ਦੇ ਦਿੱਤਾ ਗਿਆ ਸੀ। ਇਸ ਕਾਰਨ ਇਸ ਅਸੰਪਰਦਾਇਕਤਾ ਤੋਂ ਇਹ ਪਤਾ ਲੱਗਦਾ ਹੈ ਕਿ ਜਿੱਥੇ ਪੱਛਮੀਕਰਨ ਦਾ ਪ੍ਰਭਾਵ ਲੋਕਾਂ ਉੱਤੇ ਪਿਆ, ਆਧੁਨਿਕ ਸਿੱਖਿਆ ਆਈ ਹੈ, ਕਈ ਤਰ੍ਹਾਂ ਦੇ ਸਾਧਨਾਂ ਦਾ ਵਿਕਾਸ ਹੋਇਆ, ਉਵੇਂ ਹੀ ਸ਼ਹਿਰੀਕਰਨ ਅਤੇ ਉਦਯੋਗੀਕਰਨ ਵੀ ਦੇਖਣ ਨੂੰ ਮਿਲੇ। ਵੱਖ-ਵੱਖ ਲੋਕ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕੰਮ ਵਿਅਕਤੀ ਕਰਨ ਲੱਗ ਗਿਆ ਤੇ ਜਾਤ ਦੇ ਆਧਾਰ ਤੇ ਨਹੀਂ, ਬਲਕਿ ਉਹ ਯੋਗਤਾ ਦੇ ਆਧਾਰ ਤੇ, ਇੱਕ ਵਿਅਕਤੀਗਤ ਯੋਗਤਾ ਦੇ ਆਧਾਰ ਦੇ ਉੱਤੇ ਇੱਕ ਵਿਅਕਤੀ ਨੂੰ ਉਸਦੀ ਸਥਿਤੀ ਜਾਂ ਕੰਮ ਸ਼ਹਿਰਾਂ ਦੇ ਵਿੱਚ ਮਿਲਣਾ ਸ਼ੁਰੂ ਹੋਇਆ, ਸਮਾਜ ਦੇ ਵਿੱਚ ਮਿਲਣਾ ਸ਼ੁਰੂ ਹੋਇਆ, ਜਿਸ ਦੇ ਨਾਲ ਕੀ ਹੈ ਉਦਯੋਗੀਕਰਨ ਸਮਾਜ 'ਚ ਦੇਖਣ ਨੂੰ ਮਿਲਿਆ ਤੇ ਸਿਰਫ ਇਹ ਅਸੰਪਰਦਾਇਕਤਾ ਕਾਰਨ ਹੀ ਹੋਇਆ। ਅਗਲਾ ਪੁਆਇੰਟ ਹੈ ਸਰਕਾਰੀ ਯਤਨ ਜਾਂ ਸਰਕਾਰੀ ਕੋਸ਼ਿਸ਼ਾਂ।
ਸੋ ਜਿਵੇਂ ਲੋਕਾਂ ਨੇ, ਵਿਅਕਤੀਆਂ ਨੇ ਜਾਂ ਮਨੁੱਖ ਨੇ ਵੀ ਕੋਸ਼ਿਸ਼ਾਂ ਕੀਤੀਆਂ, ਉਸੇ ਢੰਗ ਨਾਲ ਸਰਕਾਰ ਨੇ ਵੀ ਕਈ ਇਸ ਤਰ੍ਹਾਂ ਦੇ ਨਿਯਮ ਬਣਾਏ, ਕਈ ਇਸ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ, ਜਿਸ ਦੇ ਨਾਲ ਕੀ ਹੈ, ਵਿਅਕਤੀਆਂ ਨੂੰ ਕਈ ਤਰ੍ਹਾਂ ਦੀ ਇੱਕ ਸੁਰੱਖਿਆ ਪ੍ਰਦਾਨ ਹੋਈ। ਸੋ ਉਦਾਹਰਨ ਵਜੋਂ ਕਹਿ ਸਕਦੇ ਹਾਂ, ਸਭ ਤੋਂ ਪਹਿਲਾਂ ਤਾਂ ਵਿਆਹ ਦੀ ਸੰਸਥਾ ਦੇ ਵਿੱਚ ਹੀ ਜਿਵੇਂ ਇੱਕ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਗਈ, ਉਸ ਤੋਂ ਬਾਅਦ ਜਿਵੇਂ ਇਹ ਸਪੈਸ਼ਲ ਮੈਰਿਜ ਐਕਟ ਦੇ ਅਧੀਨ ਆਉਂਦਾ ਹੈ ਜੋ 1954 ਦੇ ਵਿੱਚ ਹੈ। ਫਿਰ ਹਿੰਦੂ ਮੈਰਿਜ ਐਂਡ ਡਿਵੋਰਸ ਐਕਟ ਇਨ ਦ ਈਅਰ 1955। ਸੋ ਇਹ ਸਾਰਾ ਕੁਝ ਕੀ ਹੈ, ਇਹ ਦੇਖਣ ਨੂੰ ਮਿਲਿਆ ਕਿ ਜੇ ਇੱਕ ਵਿਅਕਤੀ ਇੱਕ ਵਿਆਹ, ਇੱਕ ਪਤੀ ਜਾਂ ਇੱਕ ਪਤਨੀ ਹੋਣ ਦੇ ਬਾਵਜੂਦ ਉਸ ਨੂੰ ਤਲਾਕ ਦਏ ਬਿਨਾਂ ਦੂਸਰਾ ਵਿਆਹ ਕਰਵਾ ਲੈਂਦਾ, ਤਾਂ ਇਹ ਕਾਨੂੰਨੀ ਤੌਰ ਦੇ ਉੱਤੇ ਇਸ ਨੂੰ ਮਨਜ਼ੂਰੀ ਨਹੀਂ ਦੇ ਦਿੱਤੀ ਗਈ, ਇਹਨੂੰ ਗੈਰ ਕਾਨੂੰਨੀ ਮੰਨਿਆ ਗਿਆ। ਦਹੇਜ ਲੈਣਾ ਤੇ ਦੇਣਾ, ਉਸ ਚੀਜ਼ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ, ਜਿਸ ਨੂੰ ਦਹੇਜ ਮਨਾਹੀ ਐਕਟ ਕਿਹਾ ਜਾਂਦਾ ਹੈ, ਜੋ 1961 ਦੇ ਵਿੱਚ ਆਇਆ ਸੀ। ਡੋਰੀ ਪ੍ਰੋਹਿਬਿਸ਼ਨ ਐਕਟ ਇਨ ਦ ਈਅਰ 1961। ਉਸ ਤੋਂ ਬਾਅਦ ਜਿਹੜੀਆਂ ਵਿਧਵਾਵਾਂ ਸੀ, ਵਿਧਵਾ ਔਰਤ ਸੀ, ਉਸ ਦਾ ਪੁਨਰ ਵਿਆਹ ਦੀ ਵੀ ਇਜਾਜ਼ਤ ਸਰਕਾਰ ਨੇ ਦੇ ਦਿੱਤੀ ਗਈ। ਸੋ ਵਿਧਵਾ ਪੁਨਰ ਵਿਆਹ ਐਕਟ ਜੋ 1856 ਦੇ ਵਿੱਚ ਆਇਆ, ਵਿਡੋ ਰੀਮੈਰਿਜ ਐਕਟ ਇਨ ਦ ਈਅਰ 1856। ਸੋ ਇੱਕ ਵਿਧਵਾ ਨੂੰ ਜਿੱਥੇ ਪ੍ਰਾਚੀਨ ਸਮਾਜ ਦੇ ਵਿੱਚ ਜਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਾਂ ਉਸ ਜ਼ਮਾਨੇ ਦੇ ਵਿੱਚ ਵੀ ਕਿਤੇ ਨਾ ਕਿਤੇ ਸਤੀ ਕਰ ਦਿੱਤਾ ਜਾਂਦਾ ਸੀ। ਸੋ ਅੰਗਰੇਜ਼ਾਂ ਨੇ ਇਸ ਦੇ ਖਿਲਾਫ ਆਵਾਜ਼ ਉਠਾਈ, ਕਿਉਂਕਿ ਆਧੁਨਿਕ ਸਿੱਖਿਆ ਵੀ ਉਹੀ ਲੈ ਕੇ ਆਏ हैं। ਆਜ਼ਾਦੀ ਤੋਂ ਬਾਅਦ ਇਹ ਕਾਫੀ ਕੁਝ ਭਾਰਤ ਨੇ ਪੱਛਮੀ ਦੇਸ਼ਾਂ ਤੋਂ ਸਿੱਖਿਆ ਜਾਂ ਆਪ ਵੀ ਕਾਫੀ ਚੀਜ਼ਾਂ ਦੇ ਵਿੱਚ ਸੁਧਾਰ ਕੀਤਾ। ਸੋ ਉਸ ਦੇ ਵਿੱਚ ਇੱਕ ਵਧੀਆ ਸੁਧਾਰ ਇਹ ਤਰ੍ਹਾਂ ਦੇ ਜੋ ਸਮਾਜ ਸੇਵਕ ਸੀ ਉਹ ਵੀ ਅੱਗੇ ਆਏ, ਤੇ ਕਈ ਤਰ੍ਹਾਂ ਦੇ ਸਰਕਾਰ ਨੇ ਇੱਕ ਏਦਾਂ ਦੇ ਯਤਨ ਕੀਤੇ, ਜਿਵੇਂ ਕਈ ਤਰ੍ਹਾਂ ਦੇ ਐਕਟਸ ਬਣਾਏ ਹੈ, ਲਾਅ ਬਣਾਏ ਹੈ, ਕਾਨੂੰਨ ਬਣਾਏ ਹੈ, ਜਿਸ ਦੇ ਨਾਲ ਕੀ ਹੈ, ਸਮਾਜ ਤਰੱਕੀ ਵੱਲ ਹੀ ਜਾਂਦਾ ਚਲਿਆ। ਅਗਲਾ ਪੁਆਇੰਟ ਹੈ ਸਮਾਜ ਸੁਧਾਰ ਲਹਿਰਾਂ। ਸਮਾਜਿਕ ਸੁਧਾਰ ਲਹਿਰਾਂ ਕੀ ਹੈ, ਸੋਸ਼ਲ ਰਿਫਾਰਮ ਮੂਵਮੈਂਟਸ। ਸੋ ਸਮਾਜਿਕ ਤੌਰ ਉੱਤੇ ਸੁਸਾਇਟੀ ਨੂੰ ਸਹੀ ਕਰਨ ਵਾਸਤੇ, ਸਮਾਜ ਨੂੰ ਇੱਕ ਵਧੀਆ ਨਿਰਮਾਣ ਸਮਾਜ ਦਾ ਕਰਨ ਲਈ ਕਈ ਤਰ੍ਹਾਂ ਦੀਆਂ ਲਹਿਰਾਂ ਆਈਆਂ। ਲਹਿਰਾਂ ਕਹਿ ਸਕਦੇ ਕਿ ਕਈ ਤਰ੍ਹਾਂ ਦੀਆਂ ਮੂਵਮੈਂਟਸ ਆਈਆਂ। ਉਦਾਹਰਨ ਦੇ ਤੌਰ ਤੇ ਕਹਾਂਗੇ ਕਿ ਜਿਵੇਂ ਡੋਰੀ ਪ੍ਰੋਹਿਬਿਸ਼ਨ ਐਕਟ ਸੀਗਾ, ਉਸ ਤੋਂ ਇਲਾਵਾ ਜਿਵੇਂ ਸਮਾਜ ਦੇ ਵਿੱਚ ਕੀ ਹੈ, ਡਿਵੈਲਪਮੈਂਟ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਜੋ ਮੂਵਮੈਂਟ ਸੀਗੀਆਂ ਉਹ ਦੇਖਣ ਨੂੰ ਮਿਲੀਆਂ। ਚਿਪਕੋ ਮੂਵਮੈਂਟ ਸੀ, ਜਿਸ ਦੇ ਵਿੱਚ ਕਿਸੇ ਕੀ ਪੇੜਾਂ ਦੀ ਰੱਖਿਆ ਕੀਤੀ ਜਾ ਰਹੀ ਹੈ। ਸੋ 19ਵੀਂ ਸਦੀ ਅਤੇ 20ਵੀਂ ਸਦੀ ਦੇ ਵਿੱਚ ਕਿਸੇ ਕਈ ਪ੍ਰਕਾਰ ਦੇ ਜੋ ਸਮਾਜ ਸੁਧਾਰਕ ਲਹਿਰਾਂ ਅੱਗੇ ਆਈਆਂ, ਸਮਾਜ ਸੁਧਾਰਕ ਜਿਹੜੇ ਲੋਕ ਸੀ ਉਹ ਵੀ ਦੇਖਣ ਨੂੰ ਮਿਲੇ, ਜਿਨ੍ਹਾਂ ਨੇ ਧਰਮ ਦੇ ਮਹੱਤਵ ਨੂੰ ਘੱਟ ਕੀਤਾ, ਜਿਸ ਦੇ ਵਿੱਚ ਛੂਤ ਛਾਤ ਨੂੰ ਬਿਲਕੁਲ ਦੂਰ ਰੱਖਿਆ। ਹਰ ਇੱਕ ਵਿਅਕਤੀ, ਭਾਵੇਂ ਉਹ ਕਿਸੇ ਵੀ ਜਾਤ ਦਾ, ਕਿਸੇ ਨਸਲ ਦਾ ਜਾਂ ਧਰਮ ਦਾ ਹੈ, ਤਾਂ ਉਸਨੂੰ ਸਾਰਿਆਂ ਨੂੰ ਇੱਕ ਬਰਾਬਰ ਸਮਾਜ ਦੇ ਵਿੱਚ ਰੱਖਿਆ ਗਿਆ। ਇਸ ਦੇ ਨਾਲ ਕੀ ਹੈ, ਜਿਵੇਂ ਹੌਲੀ ਹੌਲੀ 18ਵੀਂ 19ਵੀਂ ਸਦੀ ਤੋਂ 20ਵੀਂ ਸਦੀ ਆਈ, ਉਸ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਕਾਫੀ ਹੱਦ ਤੱਕ ਘੱਟ ਗਈਆਂ। ਲੇਕਿਨ ਇੱਥੇ ਇਹ ਕਹਿ ਸਕਦੇ ਹਾਂ ਕਿ ਦਹੇਜ ਪ੍ਰਥਾ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਸੀ। ਅੱਗੇ ਹੈ 7ਵਾਂ ਪੁਆਇੰਟ, ਘੱਟ ਧਾਰਮਿਕ ਸੰਸਥਾਵਾਂ। ਘੱਟ ਧਾਰਮਿਕ ਸੰਸਥਾਵਾਂ ਦਾ ਕੀ ਹੈ, ਲੈਸ ਰਿਲੀਜੀਅਸ ਆਰਗੇਨਾਈਜੇਸ਼ਨ, ਉਹਨਾਂ ਦਾ ਨਿਰਮਾਣ। ਸੋ ਕਿਉਂਕਿ ਧਰਮ ਦੀ ਮਹੱਤਤਾ ਘੱਟ ਗਈ, ਇਸ ਕਰਕੇ ਧਰਮ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਸੰਸਥਾਵਾਂ, ਜਿੰਨੇ ਵੀ ਸਮੂਹ ਜਾਂ ਸੰਗਠਨ ਸੀ, ਉਹਨਾਂ ਦਾ ਪ੍ਰਭਾਵ ਵੀ ਸਮਾਜ ਦੇ ਵਿੱਚ, ਲੋਕਾਂ ਦੇ ਵਿਚਕਾਰ ਘੱਟ ਹੋਣਾ ਸ਼ੁਰੂ ਹੋਇਆ। ਵੱਖ-ਵੱਖ ਲੋਕ ਜਿਹੜੇ ਵੱਖ-ਵੱਖ ਧਰਮਾਂ ਨੂੰ ਮੰਨਦੇ ਸੀ, ਅਲੱਗ-ਅਲੱਗ ਸੰਸਥਾਵਾਂ, ਧਾਰਮਿਕ ਸੰਸਥਾਵਾਂ ਦੇ ਅਧੀਨ ਆਉਂਦੇ ਸੀ, ਉਹਨਾਂ ਨੂੰ ਵੀ ਕੀ ਹੈ, ਘੱਟ ਮਹੱਤਤਾ ਮਿਲਣੀ ਸ਼ੁਰੂ ਹੋ ਗਈ। ਕਿਉਂਕਿ ਅੱਜ ਕੱਲ ਦੇ ਜੇ ਭਾਰਤੀ ਸਮਾਜ ਦੀ ਗੱਲ ਕਰੀਏ ਤਾਂ ਧਾਰਮਿਕ ਸੰਗਠਨ ਘੱਟ ਬਣਨ ਲੱਗ ਗਏ। ਲੋਕ ਕੀ ਹੈ, ਲਿਬਰਲ ਹੋ ਗਏ, ਜਾਂ ਕਹਿ ਸਕਦੇ ਹੈ ਕਿ ਵਿਅਕਤੀ ਹਰ ਇੱਕ ਧਰਮ ਨੂੰ ਪੂਰੀ ਮਹੱਤਤਾ ਦੇਣ ਲੱਗ ਗਿਆ, ਕੋਈ ਵੀ ਧਰਮ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾ ਰਿਹਾ। ਸੋ ਲੋਕਾਂ ਨੇ ਕੀ ਕੀਤਾ, ਜੋ ਧਾਰਮਿਕ ਸੰਸਥਾਵਾਂ ਸੀ ਉਹਨਾਂ ਦੀ ਜੋ ਮੈਂਬਰਸ਼ਿਪ ਲੋਕਾਂ ਨੇ ਲਿੱਤੀ ਹੋਈ ਸੀ, ਉਹਦੇ ਮੈਂਬਰ ਬਣੇ ਹੋਏ ਸੀ, ਉਹ ਛੱਡਣੀ ਸ਼ੁਰੂ ਕਰ ਦਿੱਤੀ। ਲੋਕ ਕੱਟੜਤਾ ਨੂੰ ਛੱਡ ਕੇ ਦੇਸ਼ ਪ੍ਰੇਮ ਦੀ ਭਾਵਨਾ ਜਾਂ ਪ੍ਰੇਮ ਭਾਵਨਾ ਦੇ ਅਧੀਨ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ ਲੋਕਾਂ ਨੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਐਵੇਂ ਦੇਖਣ ਨੂੰ ਮਿਲੀਆਂ, ਔਰ ਇਹ ਸਾਰੇ ਕੀ ਹੈ, ਕਾਰਨ ਹੈ ਜਿਨ੍ਹਾਂ ਕਾਰਨਾਂ ਕਰਕੇ ਜੋ ਅਸੰਪਰਦਾਇਕਤਾ ਹੈ, ਧਰਮ ਨਿਰਪੇਖਤਾ ਹੈ, ਉਹ ਦੇਖਣ ਨੂੰ ਮਿਲੀ।
ਸੋ ਅੱਗੇ ਦੇਖੋ ਬਹੁਤ ਹੀ ਵਧੀਆ ਕਨਸੈਪਟ ਹੈ ਕਿ ਧਰਮ ਨਿਰਪੇਖਤਾ ਦੇ ਕਾਰਨ ਤਬਦੀਲੀਆਂ। ਸਮਾਜ ਦੇ ਵਿੱਚ ਜੇ ਧਰਮ ਨਿਰਪੇਖਤਾ ਆਈ ਹੈ ਤੇ ਉਸ ਦੇ ਕਾਰਨ ਕਿਹੜੀਆਂ-ਕਿਹੜੀਆਂ ਤਬਦੀਲੀਆਂ, ਹੁਣ ਉਹ ਤਬਦੀਲੀਆਂ ਸਕਾਰਾਤਮਕ ਵੀ ਹੋ ਸਕਦੀਆਂ ਹੈ, ਨਕਾਰਾਤਮਕ ਵੀ ਹੋ ਸਕਦੀਆਂ। ਜ਼ਿਆਦਾਤਰ ਤਾਂ ਸਕਾਰਾਤਮਕ ਹੋਣਗੀਆਂ ਕਿਉਂਕਿ ਇੰਨਾ ਕੁਝ ਦੱਸਣ ਦੇ ਤੋਂ ਬਾਅਦ ਇਹ ਪਤਾ ਲੱਗਿਆ ਕਿ ਲੋਕ ਵਹਿਮਾਂ ਭਰਮਾਂ ਤੋਂ ਅੰਧ ਵਿਸ਼ਵਾਸ ਨੂੰ ਦੂਰ ਕੀਤਾ ਗਿਆ ਅਤੇ ਆਧੁਨਿਕ ਗਿਆਨ ਕੀ ਹੈ ਅੱਗੇ ਆਇਆ। ਆਧੁਨਿਕ ਤੌਰ ਤੇ ਲੋਕਾਂ ਦਾ ਜੋ ਗਿਆਨ ਹੈ ਉਸ ਦੇ ਵਿੱਚ ਵਾਧਾ ਹੋਇਆ। ਲੋਕ ਤਰਕ ਦੇ ਆਧਾਰ ਦੇ ਉੱਤੇ ਜ਼ਿੰਦਗੀ ਜੀਣ ਲੱਗ ਗਏ, ਨਾ ਕਿ ਧਰਮ ਦੇ ਆਧਾਰ ਤੇ। ਸੋ ਜਿੱਥੇ ਅੰਧ ਵਿਸ਼ਵਾਸ ਦੂਰ ਹੋਏਗਾ, ਜਿੱਥੇ ਸਮਾਜਿਕ ਤੌਰ ਉੱਤੇ ਇੱਕ ਵਿਅਕਤੀ ਸਮਾਜ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਚੱਲੇਗਾ, ਉੱਥੇ ਆਪੇ ਹੀ ਤਰਕ ਦੇ ਆਧਾਰ ਤੇ ਜ਼ਿੰਦਗੀ ਜੀਣੀ ਸ਼ੁਰੂ ਹੋ ਜਾਏਗੀ। ਕਿਉਂਕਿ ਧਾਰਮਿਕਤਾ ਦੀ ਕਮੀ, ਲੈਕ ਆਫ ਰਿਲੀਜੀਅਸਨੈਸ, ਧਾਰਮਿਕਤਾ ਦੀ ਕਮੀ ਦੇਖਣ ਨੂੰ ਮਿਲੀ ਹੈ ਤੇ ਵਿਭੇਦੀਕਰਨ ਦੀ ਪ੍ਰਕਿਰਿਆ ਵੀ ਸਮਾਜ ਦੇ ਵਿੱਚ ਦੇਖਣ ਨੂੰ ਮਿਲੀ। that is the process of differentiation। ਵਿਭੇਦੀਕਰਨ ਕਿ ਵਿਅਕਤੀ ਵੱਖ-ਵੱਖ ਧਰਮ ਨਾਲ, ਸੰਸਕ੍ਰਿਤੀ, ਵਿਚਾਰਾਂ ਨਾਲ, ਉਹਦੀ ਸ਼ਖਸੀਅਤ ਵੱਖ ਹੋਏਗੀ, ਉਹਦੀ ਉਮਰ ਅਲੱਗ ਹੈ, ਅਲੱਗ-ਅਲੱਗ ਸੰਸਥਾਵਾਂ ਦਾ ਹਿੱਸਾ ਬਣਿਆ, ਪਰ ਫਿਰ ਵੀ ਉਹ ਦੂਸਰੇ ਵਿਅਕਤੀਆਂ ਦੇ ਨਾਲ ਇਕੱਠੇ ਮਿਲ ਕੇ ਰਹਿ ਰਿਹਾ ਹੈ। ਵੱਖ-ਵੱਖ ਧਰਮਾਂ ਦੇ ਹੋਣ ਦੇ ਬਾਵਜੂਦ ਉਹ ਉਸਨੂੰ ਦੂਜੇ ਲੋਕਾਂ ਨਾਲ ਉਨੀ ਹੀ ਸੁਤੰਤਰਤਾ ਮਿਲੀ ਹੋਈ। ਸੋ ਕਿਉਂਕਿ ਵਿਅਕਤੀ ਦਾ ਜੋ ਜਿਵੇਂ ਜਾਤੀ ਵਿਵਸਥਾ ਦੀ ਗੱਲ ਕਰਦੇ ਹਾਂ, ਧਰਮ ਦੇ ਅਧੀਨ ਰਹਿ ਕੇ ਕੀ ਹੈ, ਵਿਅਕਤੀ ਦਾ ਕੀਤਾ ਜਨਮ ਦੇ ਆਧਾਰ ਦੇ ਉੱਤੇ ਹੀ ਨਿਰਧਾਰਿਤ ਕਰ ਦਿੱਤਾ ਜਾਂਦਾ ਸੀ ਪ੍ਰਾਚੀਨ ਸਮਾਜ ਦੇ ਵਿੱਚ, ਕਿਉਂਕਿ ਜਾਤੀ ਵਿਵਸਥਾ ਨੂੰ ਮਹੱਤਤਾ ਮਿਲਣੀ ਸ਼ੁਰੂ ਹੋਈ ਸੀ। ਜਿਵੇਂ ਹੌਲੀ ਹੌਲੀ ਇੱਕ ਵਿਅਕਤੀ ਪ੍ਰਾਚੀਨ ਸਮਾਜ ਤੋਂ ਆਧੁਨਿਕ ਸਮਾਜ ਦੇ ਵੱਲ ਵਧਿਆ, ਸੋ ਉੱਥੇ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਵਿਅਕਤੀ ਦਾ ਕੀਤਾ, ਜਿੱਥੇ ਪਹਿਲਾਂ ਧਾਰਮਿਕ ਆਧਾਰ ਹੁੰਦਾ ਸੀ, ਉੱਥੇ ਹੁਣ ਕੀ ਹੈ, ਵਿਅਕਤੀ ਆਪਣੀ ਯੋਗਤਾ ਦੇ ਆਧਾਰ ਤੇ, ਆਪਣੇ ਗੁਣਾਂ ਦੇ ਆਧਾਰ ਤੇ, ਆਪਣੇ ਬਲ ਦੇ ਆਧਾਰ ਤੇ, ਆਪਣੀ ਮਿਹਨਤ ਦੇ ਆਧਾਰ ਤੇ ਕੀ ਹੈ, ਉਹਨੇ ਕੀਤਾ ਕਰਨਾ ਸ਼ੁਰੂ ਕੀਤਾ, ਉਸਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ। ਹੁਣ ਇੱਕ ਵਿਅਕਤੀ ਉਦਾਹਰਨ ਦੇ ਤੌਰ ਤੇ ਜੇ ਦੇਖੀਏ ਤਾਂ ਇੱਕ ਵਿਅਕਤੀ ਜੇ ਉਹ ਸ਼ੂਦਰ ਜਾਤ ਨੂੰ ਬਿਲੋਂਗ ਕਰਦਾ ਹੈ, ਸ਼ੂਦਰ ਜਾਤ ਦੇ ਵਿੱਚ ਉਸਦਾ ਜਨਮ ਹੋਇਆ, ਤਾਂ ਜ਼ਰੂਰੀ ਨਹੀਂ ਹੈ ਕਿ ਉਸਨੇ ਆਪਣੀਆਂ ਉੱਪਰ ਵਾਲੀਆਂ 3 ਜਾਤਾਂ ਦੀ ਹੀ ਸੇਵਾ ਕਰਨੀ ਹੈ, ਬਲਕਿ ਉਹ ਬੱਚਾ, ਉਹ ਵਿਅਕਤੀ ਆਪਣੀ ਜ਼ਿੰਦਗੀ ਆਪਣੇ ਅਨੁਸਾਰ ਜੀ ਸਕਦਾ ਹੈ, ਜਾਂ ਫਿਰ ਉਹ ਕੋਈ ਵੀ ਕੀਤਾ ਆਪਣੀ ਮਿਹਨਤ ਨਾਲ, ਆਪਣੇ ਗਿਆਨ ਨਾਲ, ਆਪਣੀ ਸਿੱਖਿਆ ਨਾਲ ਬਦਲ ਸਕਦਾ ਹੈ। ਸੋ ਸਮਾਜ ਦੇ ਹਰ ਇੱਕ ਖੇਤਰ ਦੇ ਵਿੱਚ ਕੀ ਹੈ, ਧਰਮ ਦਾ ਪ੍ਰਭਾਵ ਵੀ ਘਟਣਾ ਸ਼ੁਰੂ ਹੋ ਗਿਆ, ਕਿਉਂਕਿ ਆਧੁਨਿਕ ਸਮਾਜ ਵਿੱਚ ਕਾਨੂੰਨ ਦੇ ਆਧਾਰ ਤੇ ਸਭ ਧਰਮਾਂ ਦੇ ਵਿਅਕਤੀਆਂ ਨਾਲ ਬਰਾਬਰੀ ਵਾਲਾ ਸਲੂਕ ਕੀਤਾ ਜਾਣਾ ਸ਼ੁਰੂ ਹੋ ਗਿਆ। ਸੋ ਆਧੁਨਿਕ ਸਮਾਜ ਦੇ ਵਿੱਚ ਕੀ ਸੀ, ਕਾਨੂੰਨ ਦੇ ਆਧਾਰ ਤੇ ਸਭ ਧਰਮਾਂ ਦੇ ਵਿਅਕਤੀਆਂ ਨਾਲ ਬਰਾਬਰੀ ਵਾਲਾ ਸਲੂਕ ਹੋਣਾ ਸ਼ੁਰੂ ਹੋ ਗਿਆ, ਜਿਸ ਨੇ ਸਮਾਜ ਨੂੰ ਅੱਗੇ ਲੈ ਕੇ ਆਏ ਤੇ ਸਮਾਜ ਦੇ ਹਰ ਖੇਤਰ ਵਿੱਚ ਧਾਰਮਿਕ ਪ੍ਰਭਾਵ ਵੀ ਘਟ ਗਿਆ। ਕਿਉਂਕਿ ਜਿੱਥੇ ਧਰਮ ਦਾ ਪ੍ਰਭਾਵ ਘਟੇਗਾ, ਉੱਥੇ ਮਿਹਨਤ ਤੇ ਵਿਅਕਤੀ ਦੀ ਯੋਗਤਾ ਨੂੰ ਅੱਗੇ ਰੱਖਿਆ ਜਾਏਗਾ। ਸੋ ਮਿਹਨਤ ਦੇ ਆਧਾਰ ਤੇ ਕੀ ਹੈ, ਕੁਝ ਪ੍ਰਾਪਤ ਹੋਣ ਲੱਗਾ, ਮਤਲਬ ਮਿਹਨਤ ਦੇ ਆਧਾਰ ਤੇ ਕੁਝ ਪ੍ਰਾਪਤ ਹੋਣ ਲੱਗਾ, ਹਾਂ, ਮਿਹਨਤ ਦੇ ਆਧਾਰ ਤੇ ਹੀ ਚੀਜ਼ਾਂ ਲੋਕਾਂ ਨੂੰ ਮਿਲਣ ਲੱਗੀਆਂ, ਨਾ ਕਿ ਧਰਮ ਦੇ ਆਧਾਰ ਤੇ। ਕਿਉਂਕਿ ਜਿੱਥੇ ਧਰਮ ਦੀ ਮਹੱਤਤਾ ਹੋਏਗੀ, ਉੱਥੇ ਕੀ ਹੈ, ਵਿਅਕਤੀ ਇੱਕ ਫੇਅਰ ਡਿਸੀਜਨ ਨਹੀਂ ਲੈ ਸਕਦਾ, ਜਾਂ ਫਿਰ ਉਹ ਸਿਰਫ ਧਰਮ ਦੇ ਅਧੀਨ ਰਹਿ ਕੇ ਹੀ ਆਪਣੇ ਸਾਰੇ ਕੰਮ ਕਰੇਗਾ ਜੋ ਇੱਕ ਵਿਅਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਾਂ ਫਿਰ ਅੰਧ ਵਿਸ਼ਵਾਸ, ਗਲਤ ਫਹਿਮੀਆਂ, ਇਹ ਸਾਰੀਆਂ ਚੀਜ਼ਾਂ ਅੱਗੇ ਆ ਸਕਦੀਆਂ। ਸੋ ਇੱਥੇ ਦੇਖਾਂਗੇ ਧਰਮ ਨਿਰਪੱਖਤਾ ਦੇ ਕਾਰਨ ਕਿੱਦਾਂ ਦੀਆਂ ਤਬਦੀਲੀਆਂ ਆਈਆਂ ਹੈ ਸਮਾਜ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਸ਼ੁੱਧਤਾ ਅਤੇ ਅਸ਼ੁੱਧਤਾ ਦੀ ਧਾਰਨਾ ਦੇ ਵਿੱਚ ਤਬਦੀਲੀ। ਸੋ ਚੇਂਜ ਇਨ ਦਾ ਕਨਸੈਪਟ ਆਫ ਪਿਓਰਿਟੀ ਐਂਡ ਇੰਪਿਓਰਿਟੀ। ਸੋ ਸ਼ੁੱਧਤਾ ਤੇ ਅਸ਼ੁੱਧਤਾ ਦੇ ਜੋ ਕਨਸੈਪਟ ਹੈ, ਇਹਦੇ ਵਿੱਚ ਤਬਦੀਲੀ ਕਿਵੇਂ ਆਈ ਹੈ, ਕਿਉਂਕਿ ਸਭ ਤੋਂ ਪਹਿਲਾਂ ਤਾਂ ਜੋ ਕੰਮ ਹੈ, ਕੀਤਾ ਹੈ, ਉਹ ਵਿਅਕਤੀਆਂ ਦਾ ਬਦਲਣਾ ਸ਼ੁਰੂ ਹੋਇਆ। ਜਿੱਥੇ ਜਾਤੀ ਦੇ ਆਧਾਰ ਦੇ ਉੱਤੇ ਬ੍ਰਾਹਮਣਾਂ ਨੂੰ ਪਾਠ ਪੂਜਾ ਕਰਨ ਦਾ ਕੰਮ ਦਿੱਤਾ ਜਾਂਦਾ ਸੀ, ਦੂਜੀ ਜਾਤ ਖੱਤਰੀ, ਉਹਨਾਂ ਨੂੰ ਯੋਧੇ ਸਮਝਿਆ ਜਾਂਦਾ ਸੀ, ਤੀਜੀ ਜਾਤ ਹੈ ਜਿਹੜੀ ਵੈਸ਼, ਉਹ ਵਪਾਰੀ ਹੁੰਦੇ ਸੀ, ਜਾਂ ਚੌਥੇ ਜੋ ਸ਼ੂਦਰ ਹੈ, ਉਹਨਾਂ ਨੂੰ ਉੱਪਰ ਵਾਲੀਆਂ 3 ਜਾਤਾਂ ਦੀ ਸੇਵਾ ਕਰਨ ਵਾਸਤੇ ਹੀ ਕਿਹਾ ਜਾਂਦਾ ਸੀ। ਪਰ ਜਿਵੇਂ ਜਿਵੇਂ ਸਮਾਜ ਬਦਲਿਆ, ਜਿਵੇਂ ਜਿਵੇਂ 18ਵੀਂ ਤੋਂ ਜਾਂ 15ਵੀਂ ਤੋਂ 20ਵੀਂ ਸਦੀ ਵੱਲ ਸਮਾਜ ਆਪਣਾ ਗਿਆ, ਉੱਥੇ ਇਹ ਦੇਖਣ ਨੂੰ ਮਿਲਿਆ ਕਿ ਸ਼ੁੱਧਤਾ ਅਤੇ ਅਸ਼ੁੱਧਤਾ ਦੀ ਜਿਹੜੀ ਧਾਰਨਾ ਸੀ ਬਣੀ ਹੋਈ, ਕਿ ਜੇ ਬ੍ਰਾਹਮਣ ਹੈ ਤਾਂ ਸ਼ੁੱਧ ਹੋਣਗੇ, ਜੇ ਸ਼ੂਦਰ ਜਾਤ ਹੈ ਤਾਂ ਉਹਨਾਂ ਨੂੰ ਅਸ਼ੁੱਧ ਮੰਨਿਆ ਜਾਏਗਾ, ਉਹਨਾਂ ਦੇ ਨਾਲ ਵਧੀਆ ਮਤਲਬ ਵਰਤਾਰਾ ਨਹੀਂ ਕੀਤਾ ਜਾਏਗਾ, ਸਮਾਜਿਕ ਤੌਰ ਤੇ ਉਹਨਾਂ ਨੂੰ ਦੂਰ ਰੱਖਿਆ ਜਾਏਗਾ ਸ਼ੂਦਰ ਜਾਤ ਨੂੰ। ਸੋ ਇਹ ਸਾਰੀਆਂ ਚੀਜ਼ਾਂ ਦਾ ਵੀ ਖਾਤਮਾ ਹੋਣਾ ਸ਼ੁਰੂ ਹੋ ਗਿਆ, ਕਿਉਂਕਿ
ਜੋ ਕੀਤਾ ਹੈ, ਜੋ ਆਕੂਪੇਸ਼ਨ ਹੈ, ਉਸਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ ਤੇ ਪਾਬੰਦੀਆਂ, ਹਰ ਇੱਕ ਤਰ੍ਹਾਂ ਦੀਆਂ ਪਾਬੰਦੀਆਂ ਸਮਾਜ ਦੇ ਵਿੱਚ ਖਤਮ ਹੋ ਗਈਆਂ। ਔਰਤਾਂ ਦੀ ਸਥਿਤੀ ਦੇ ਵਿੱਚ ਵੀ ਬਦਲਾਵ ਆਇਆ। ਹੁਣ ਔਰਤਾਂ ਦੀ ਸਥਿਤੀ ਕਿ ਜੋ ਇੱਕ ਔਰਤ ਨੂੰ ਸਿਰਫ਼ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਇੱਕ ਔਰਤ ਨੂੰ ਸਿਰਫ਼ ਘਰ ਦੀ ਚਾਰ ਦੀਵਾਰੀ ਦੇ ਵਿੱਚ ਰੱਖਿਆ ਜਾਂਦਾ ਸੀ ਜਾਂ ਸਿਰਫ਼ ਪਰਦੇ ਦੇ ਅਧੀਨ ਹੀ ਰੱਖਿਆ ਜਾਂਦਾ ਸੀ। ਉਹ ਔਰਤ ਜਾਂ ਉਹ ਲੜਕੀ ਸਭ ਤੋਂ ਪਹਿਲਾਂ ਸਿੱਖਿਆ ਲੈਣੀ ਸ਼ੁਰੂ ਕੀਤੀ, ਫਿਰ ਉਸਨੇ ਨੌਕਰੀਆਂ ਕਰਨੀਆਂ ਸ਼ੁਰੂ ਕੀਤੀਆਂ, ਘਰ ਤੋਂ ਬਾਹਰ ਨਿਕਲ ਕੇ, ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਉਸਨੇ ਕੰਮ ਕਰਨਾ ਸ਼ੁਰੂ ਕੀਤਾ, ਜਿਸ ਨੇ ਸਮਾਜ ਨੂੰ ਇੱਕ ਤਰੱਕੀ ਵੱਲ ਜੋ ਚੀਜ਼ ਲੈ ਕੇ ਗਈ। ਤੇ ਉਦਾਹਰਨ ਦੇ ਤੌਰ ਤੇ ਇੱਕ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਔਰਤਾਂ ਦੀ ਸਥਿਤੀ ਕਿਵੇਂ ਬਦਲੀ ਹੈ। ਜਿਵੇਂ ਮਹਾਂਵਾਰੀ ਦੇ ਅਨੁਸਾਰ ਮੈਂਸੂਰੇਸ਼ਨ ਟਾਈਮ ਦੇ ਅਕੋਰਡਿੰਗ ਕੀ ਹੁੰਦਾ ਸੀਗਾ, ਮਤਲਬ ਜਦੋਂ ਹਰ ਮਹੀਨੇ ਮਹਾਂਵਾਰੀ ਆਉਂਦੀ ਸੀ, ਇੱਕ ਔਰਤ ਨੂੰ ਜਾਂ ਇੱਕ ਲੜਕੀ ਨੂੰ ਇੱਕ ਬੰਦ ਕਮਰੇ ਦੇ ਵਿੱਚ ਰੱਖਿਆ ਜਾਂਦਾ ਸੀ। ਰਸੋਈ ਦੇ ਵਿੱਚ ਪ੍ਰਵੇਸ਼ ਨਹੀਂ ਸੀ ਕਰਨ ਦਿੱਤਾ ਜਾਂਦਾ, ਉਸਨੂੰ ਜਾਂ ਤਾਂ ਘਰ ਤੋਂ ਅਲੱਗ ਸਾਈਡ ਤੇ ਇੱਕ ਕਮਰੇ ਦੇ ਉੱਤੇ ਵਿੱਚ ਰੱਖਿਆ ਜਾਂਦਾ ਸੀ, ਉਹਨੂੰ ਅਸ਼ੁੱਧ ਮੰਨਿਆ ਜਾਂਦਾ ਸੀ। ਸੋ ਇਸ ਦੇ ਨਾਲ ਤੈਅ ਕੀਤਾ ਜਾਂਦਾ ਸੀ ਕਿ ਉਹ ਔਰਤ ਸ਼ੁੱਧ ਹੈ ਜਾਂ ਅਸ਼ੁੱਧ ਹੈ। ਸੋ ਜਿਵੇਂ ਰਸੋਈ ਦੇ ਵਿੱਚ ਜੁੱਤੀ ਪਾ ਕੇ ਨਾ ਜਾਣਾ ਜਾਂ ਘਰ ਦੇ ਵਿੱਚ ਜੋ ਹੈ ਬਾਥਰੂਮਸ ਨਾ ਬਣਵਾਉਣਾ, ਇਹ ਸਾਰੀਆਂ ਚੀਜ਼ਾਂ ਕੀ ਹੈ, ਸ਼ੁੱਧ ਤੇ ਅਸ਼ੁੱਧ ਧਾਰਨਾਵਾਂ ਵਿਅਕਤੀਆਂ ਦੀਆਂ ਅੱਗੇ ਲੈ ਕੇ ਆਉਂਦੀਆਂ ਤੇ ਇਹ ਸਾਰੀਆਂ ਧਾਰਨਾਵਾਂ ਦੇ ਵਿੱਚ ਵੀ ਕਾਫੀ ਹੱਦ ਤੱਕ ਬਦਲਾਵ ਆਇਆ। ਕਿਉਂਕਿ ਲੋਕ ਕੀ ਹੈ, ਉੱਪਰਲੀ ਜੋ ਹੁਣ ਆਧੁਨਿਕ ਸਮਾਜ ਦੀ ਜੇ ਗੱਲ ਵੀ ਕਰਦੇ ਆ ਤਾਂ ਉੱਪਰਲੀ ਜੋ ਚਮਕ ਧਮਕ ਹੈ ਉਸਨੂੰ ਵਧੇਰੇ ਚੰਗਾ ਸਮਝਦੇ ਆ। ਧਰਮ ਦੀ ਮਹੱਤਤਾ ਘਟ ਗਈ ਹੈ। ਇਸ ਦੇ ਨਾਲ ਸਭ ਕੁਝ ਆਪਾਂ ਜਿਵੇਂ ਕਿਹਾ ਕਿ ਤਬਦੀਲੀਆਂ ਦੇ ਵਿੱਚ ਕੁਝ ਸਕਾਰਾਤਮਕ ਵੀ ਹੋਣਗੀਆਂ ਤੇ ਕੁਝ ਨਕਾਰਾਤਮਕ ਵੀ ਹੋਣਗੀਆਂ। ਸੋ ਜਿੱਥੇ ਸਕਾਰਾਤਮਕ ਤਬਦੀਲੀ ਪੋਜ਼ਿਟਿਵ ਚੇਂਜ ਇਹ ਆਈ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ ਲੋਕਾਂ ਤੇ ਲਗਾਈਆਂ ਜਾਂਦੀਆਂ, ਹਟ ਗਈਆਂ, ਉੱਥੇ ਇਹ ਕਹਿ ਸਕਦੇ ਕਿ ਵਿਅਕਤੀ ਇੱਕ ਨਕਾਰਾਤਮਕ ਢੰਗ ਨਾਲ ਕਿ ਵਿਅਕਤੀ ਸਿਰਫ ਸਮਾਜ ਬਾਰੇ ਨਾ ਸੋਚ ਕੇ ਸਿਰਫ ਆਪਣੇ ਬਾਰੇ ਹੀ ਸੋਚਣਾ ਸ਼ੁਰੂ ਕੀਤਾ, ਜਿਸ ਦੇ ਵਿੱਚ ਕੀ ਹੈ ਸੈਲਫਿਸ਼ਨੈਸ ਦਾ ਕਨਸੈਪਟ ਦੇਖਣ ਨੂੰ ਮਿਲਿਆ। ਅਗਲਾ ਪੁਆਇੰਟ ਹੈ ਜੀਵਨ ਸ਼ੈਲੀ ਅਤੇ ਰੀਤੀ ਰਿਵਾਜ ਦੇ ਵਿੱਚ ਤਬਦੀਲੀ। ਸੋ ਜੀਵਨ ਸ਼ੈਲੀ ਇੱਕ ਵਿਅਕਤੀ ਦਾ ਜੋ ਲਾਈਫ ਸਾਈਕਲ ਹੈ ਤੇ ਉਹਦੇ ਜੋ ਰਿਚੁਅਲਸ ਹੈ ਉਹਨਾਂ ਦੇ ਵਿੱਚ ਤਬਦੀਲੀ। ਸੋ ਸਭ ਤੋਂ ਪਹਿਲਾਂ ਤਾਂ ਵਿਆਹ ਦੀ ਮਹੱਤਤਾ ਘੱਟ ਹੋਣੀ ਸ਼ੁਰੂ ਹੋਈ। ਹੁਣ ਦੇਖੋ ਇਹ ਸਾਰੇ ਪੁਆਇੰਟਸ ਨੂੰ ਪੂਰੇ ਵਿਸਤਾਰ ਦੇ ਨਾਲ ਇੱਥੇ ਸਟੱਡੀ ਕੀਤਾ ਜਾਏਗਾ, ਕਿਉਂਕਿ ਪ੍ਰਾਚੀਨ ਸਮਾਜ ਤੋਂ ਆਧੁਨਿਕ ਸਮਾਜ ਵੱਲ ਜਦ ਆਪਾਂ ਹਰ ਇੱਕ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝਾਂਗੇ ਤਾਂ ਹੀ ਆਪਾਂ ਇਸ ਨਾਲ ਅੰਦਾਜ਼ਾ ਲਗਾ ਸਕਦੇ ਹਾਂ ਕਿ ਧਰਮ ਨਿਰਪੱਖਤਾ ਦੇ ਕਾਰਨ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਸਮਾਜ ਦੇ ਵਿੱਚ ਜਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਮਿਲੀਆਂ। ਸੋ ਜੀਵਨ ਸ਼ੈਲੀ, ਉਹ ਵਿਅਕਤੀ ਜਿਵੇਂ ਆਪਣਾ ਜੀਵਨ ਬਤੀਤ ਕਰ ਰਿਹਾ, ਸਮਾਜਿਕ ਤੌਰ ਤੇ ਦੂਜਿਆਂ ਨਾਲ ਕਿਸ ਢੰਗ ਦੇ ਸੰਬੰਧ ਬਣਾ ਰਿਹਾ ਹੈ, ਉਸਦੇ ਕੀ ਰੀਤੀ ਰਿਵਾਜ ਹੈ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਫੀ ਵੱਡੀ ਚੇਂਜ, ਕਾਫੀ ਵੱਡੀ ਤਬਦੀਲੀ ਦੇਖਣ ਨੂੰ ਮਿਲੀ। ਸੋ ਸਭ ਤੋਂ ਪਹਿਲਾਂ ਤਾਂ ਇਹੀ ਕਿ ਵਿਆਹ ਦੀ ਮਹੱਤਤਾ ਘਟ ਗਈ। ਜਿੱਥੇ ਪ੍ਰਾਚੀਨ ਸਮਾਜ ਦੇ ਵਿੱਚ ਵਿਆਹ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਸੀ ਤੇ ਇੱਕ ਵਿਆਹ ਕਰਾਉਣਾ ਲਾਜ਼ਮੀ ਵੀ ਹੋ ਜਾਂਦਾ ਸੀ, ਜ਼ਰੂਰੀ ਵੀ ਹੋ ਜਾਂਦਾ ਸੀ, ਜਿਸ ਤੋਂ ਬਿਨਾਂ ਇੱਕ ਵਿਅਕਤੀ ਨੂੰ ਮੋਕਸ਼ ਨਹੀਂ ਸੀ ਮਿਲ ਸਕਦਾ, ਕਿਉਂਕਿ ਸੰਤਾਨ ਹੀ ਉਸਦੀ ਚਿਤਾ ਨੂੰ ਅਗਨੀ ਦੇਗੀ, ਸਪੁੱਤਰ ਹੀ ਉਸਦੀ ਚਿਤਾ ਨੂੰ ਅਗਨੀ ਦੇਗਾ। ਪਰ ਹੁਣ ਦੇ ਜੋ 20ਵੀਂ ਜਾਂ 21ਵੀਂ ਸਦੀ ਦੀ ਗੱਲ ਕਰੀਏ, ਆਧੁਨਿਕ ਸਮਾਜ ਦੀ ਗੱਲ ਕਰੀਏ, ਜਿੱਥੇ ਉਦਯੋਗ ਦੀ ਮਹੱਤਤਾ ਵੱਧ ਹੈ, ਜਿੱਥੇ ਵਿਅਕਤੀ ਆਪਣੇ ਕਾਬਲੀਅਤ ਦੇ ਅਨੁਸਾਰ ਕੰਮ ਕਰ ਰਿਹਾ ਹੈ, ਆਧੁਨਿਕ ਸਿੱਖਿਆ ਗ੍ਰਹਿਣ ਕਰ ਰਿਹਾ ਹੈ, ਉੱਥੇ ਵਿਅਕਤੀਆਂ ਦੀ ਜੀਵਨ ਸ਼ੈਲੀ, ਵਿਅਕਤੀਆਂ ਦੀ ਜ਼ਿੰਦਗੀ ਜੀਣ ਦਾ ਢੰਗ, ਉਸ ਦੇ ਵਿੱਚ ਵੀ ਤਬਦੀਲੀ ਆਈ ਹੈ। ਸੋ ਲੜਕੀਆਂ ਜਿਵੇਂ ਜ਼ਿੰਮੇਵਾਰੀ ਚੱਕਣੀਆਂ ਸ਼ੁਰੂ ਕੀਤਾ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਪਿਤਾ ਦੀ ਮ੍ਰਿਤਿੂ ਵੀ ਹੋ ਜਾਂਦੀ ਹੈ, ਸੋ ਉਸ ਘਰ ਦੀ ਜੋ ਲੜਕੀਆਂ ਹੈ ਜਾਂ ਲੜਕੀ ਹੈ ਉਹ ਵੀ ਉਸ ਪਰਿਵਾਰ ਦਾ ਪੂਰਾ ਧਿਆਨ ਰੱਖ ਰਹੀ ਹੈ, ਜ਼ਿੰਮੇਵਾਰੀ ਚੱਕ ਕੇ ਮਿਹਨਤ ਕਰ ਰਹੀ ਹੈ ਤੇ ਜਿਸ ਦੇ ਨਾਲ ਆਪਣੇ ਪਰਿਵਾਰ ਨੂੰ ਆਰਥਿਕ ਤੌਰ ਉੱਤੇ ਇੱਕ ਸੰਤੁਸ਼ਟੀ ਪ੍ਰਦਾਨ ਕਰ ਰਹੀ। ਸੋ ਇਸ ਢੰਗ ਦੇ ਨਾਲ ਹੀ ਔਰਤਾਂ ਦੀ ਸਥਿਤੀ ਦੇ ਵਿੱਚ ਕਈ ਤਰ੍ਹਾਂ ਦਾ ਸੁਧਾਰ ਆਇਆ, ਇਸਤਰੀਆਂ ਦੇ ਵਿਚਾਰਾਂ ਦੇ ਵਿੱਚ ਵੀ ਪਰਿਵਰਤਨ ਹੋਏ। ਸੋ ਜਿੱਥੇ ਇੱਕ ਵਿਅਕਤੀ ਦੇ ਵਿਚਾਰ ਪਰਿਵਰਤਿਤ ਹੋਣਗੇ, ਜਿੱਥੇ ਉਹਦੇ ਵਿਚਾਰ ਸਹੀ ਢੰਗ ਨਾਲ ਹੋਣਗੇ, ਜਿੱਥੇ ਉਹ ਔਰਤ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਪੈਸਾ ਕਮਾਏਗੀ, ਆਰਥਿਕ ਤੌਰ ਉੱਤੇ ਉਹ ਸੁਤੰਤਰ ਹੋਏਗੀ, ਕਿਸੇ ਉੱਤੇ ਨਿਰਭਰ ਨਹੀਂ ਹੋਏਗੀ, ਤਾਂ ਇਹ ਸਾਰੀਆਂ ਚੀਜ਼ਾਂ ਵੀ ਧਰਮ ਨਿਰਪੱਖਤਾ ਨੂੰ ਵਧਾਵਾ ਦਿੰਦੀਆਂ ਹਨ। ਸੋ ਇੱਥੇ ਰੀਤੀ ਰਿਵਾਜ਼ਾਂ ਦੀ ਗੱਲ ਕਰਨੀ ਵੀ ਇੱਥੇ ਅਹਿਮ ਬਣਦੀ ਹੈ, ਕਿਉਂਕਿ ਪ੍ਰਾਚੀਨ ਸਮੇਂ ਦੇ ਵਿੱਚ ਜਿਵੇਂ ਵਿਆਹ ਦੀ ਮਹੱਤਤਾ ਜ਼ਿਆਦਾ ਹੁੰਦੀ ਸੀ ਤੇ ਅੱਜ ਕੱਲ੍ਹ ਕੀ ਹੈ, ਦਹੇਜ ਪ੍ਰਥਾ
ਵੱਲ ਸਮਾਜ ਜ਼ਿਆਦਾ ਚਲੇ ਗਿਆ ਹੈ। ਸੋ ਜਿੱਥੇ ਪਹਿਲਾਂ ਇੱਕ ਧਾਰਮਿਕ ਸੰਸਕਾਰ ਮੰਨਿਆ ਜਾਂਦਾ ਸੀ, ਬੜੇ ਹੀ ਸਮਾਜਿਕ ਤੌਰ ਉੱਤੇ ਇਸ ਤੋਂ ਲਿੱਤਾ ਜਾਂਦਾ ਸੀ, ਵਿਆਹ ਦੀ ਪ੍ਰਥਾ ਨੂੰ ਜਾਂ ਵਿਆਹ ਦੇ ਸੰਸਕਾਰ ਨੂੰ ਧਾਰਮਿਕ ਜੋ ਪੁਜਾਰੀ ਹੁੰਦਾ ਸੀ ਕੋਈ ਵਿਅਕਤੀ, ਸਿੰਦੂਰ ਦੀ ਮਹੱਤਤਾ ਵੱਧ ਹੁੰਦੀ ਸੀ। ਉੱਥੇ ਹੁਣ ਕੀ ਹੈ, ਕੋਰਟ ਮੈਰਿਜਸ ਆ ਗਈਆਂ ਕਿ ਲੜਕਾ ਤੇ ਲੜਕੀ ਇੱਕ ਇੱਕ ਜਾਂ ਦੋ ਦੋ ਗਵਾਹ ਨੂੰ ਲੈ ਕੇ ਕੋਰਟ ਵਿੱਚ ਜਾ ਰਹੇ ਹੈ ਤੇ ਸਾਈਨ ਕੀਤੇ, ਹਸਤਾਖਰ ਕੀਤੇ ਤੇ ਉਹਨਾਂ ਦਾ ਵਿਆਹ ਹੋ ਗਿਆ। ਕੋਈ ਫੇਰੇ ਨਹੀਂ, ਅਗਨੀ ਦੇ ਆਸ-ਪਾਸ ਨਾ ਕੋਈ ਫੇਰੇ, ਨਾ ਕੋਈ ਪੁਜਾਰੀ ਹੈ ਤੇ ਨਾ ਹੀ ਮਾਤਾ-ਪਿਤਾ ਦਾ, ਵੱਡਿਆਂ ਦਾ ਆਸ਼ੀਰਵਾਦ ਤੇ ਨਾ ਹੀ ਸਮਾਜਿਕ ਤੌਰ ਉੱਤੇ ਬਾਕੀ ਰਿਸ਼ਤੇਦਾਰਾਂ ਦੀ ਮਨਜ਼ੂਰੀ ਦੇ ਵਿੱਚ ਵਿਆਹ ਹੋਵੇ। ਸੋ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਵਿਆਹ ਦੀਆਂ ਰਸਮਾਂ, ਰੀਤੀ ਰਿਵਾਜ ਉਹ ਵੀ ਸਿਰਫ ਚਮਕ ਧਮਕ ਜਾਂ ਸ਼ੋਸ਼ੇਬਾਜ਼ੀ ਲਈ ਹੀ ਰਹਿ ਗਈਆਂ ਹਨ, ਲੇਕਿਨ ਇਹਦੇ ਵਿੱਚ ਜੋ ਇਸ ਦੇ ਪਿੱਛੇ ਜੋ ਇੱਕ ਸੰਸਕਾਰ ਸੀ ਉਹ ਸਾਰੇ ਖਤਮ ਹੁੰਦੇ ਜਾ ਰਹੇ ਹਨ। ਸੋ ਜੀਵਨ ਸ਼ੈਲੀ ਅਤੇ ਰੀਤੀ ਰਿਵਾਜ ਦੇ ਵਿੱਚ ਤਬਦੀਲੀ ਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗੀ ਕਿ ਹੁਣ ਕੀ ਹੈ, ਅੰਤਰਜਾਤੀ ਵਿਆਹ ਹੋਣੇ ਸ਼ੁਰੂ ਹੋ ਗਏ ਤੇ ਬੱਚਿਆਂ ਨੂੰ, ਮਤਲਬ ਲੜਕੇ ਤੇ ਲੜਕੀਆਂ ਨੂੰ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਜੀਵਨ ਵਰ ਚੁਣਨ ਦਾ ਜਾਂ ਮਰਜ਼ੀ ਦੇ ਅਨੁਸਾਰ ਵਿਆਹ ਕਰਨ ਦਾ ਜਾਂ ਨਾ ਕਰਾਉਣ ਦਾ ਜੋ ਉਹਨਾਂ ਦੇ ਡਿਸੀਜਨ ਹੁੰਦਾ। ਸੋ ਧਰਮ ਨਿਰਪੇਖਤਾ ਦੇ ਕਾਰਨ ਸਮਾਜ ਦੇ ਵਿੱਚ ਆਈਆਂ ਤਬਦੀਲੀਆਂ ਬਾਰੇ ਜਾਣਕਾਰੀ ਲਵਾਂਗੇ। ਸੋ ਸਭ ਤੋਂ ਪਹਿਲਾਂ ਤਾਂ ਕਿ ਸ਼ੁੱਧਤਾ ਤੇ ਅਸ਼ੁੱਧਤਾ ਦੀ ਧਾਰਨਾ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹਨ। ਜਿਵੇਂ ਜੇ ਜਾਤੀ ਪ੍ਰਥਾ ਦੀ ਗੱਲ ਕਰਦੇ ਹਾਂ ਤਾਂ ਸਮਾਜ ਦੇ ਵਿੱਚ ਅਸੰਪਰਦਾਇਕਤਾ ਜਦ ਹੁਣ ਆਉਣੀ ਸ਼ੁਰੂ ਹੋਈ, ਉੱਥੇ ਕੀ ਹੈ, ਧਰਮ ਦਾ ਪ੍ਰਭਾਵ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਜੀਵਨ ਦੇ ਵਿੱਚ ਘਟਣਾ ਸ਼ੁਰੂ ਹੋਇਆ। ਜਿੱਥੇ ਪਹਿਲਾਂ ਜਾਤੀ ਪ੍ਰਥਾ ਦੇ ਵਿੱਚ ਕੀ ਸੀ ਕਿ ਬ੍ਰਾਹਮਣਾਂ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀ, ਫਿਰ ਖੱਤਰੀ ਸੀ, ਵੈਸ਼, ਫਿਰ ਸ਼ੂਦਰ। ਸੋ ਸ਼ੂਦਰਾਂ ਨੂੰ ਨੀਵਾਂ ਦਰਜਾ ਦਿੱਤਾ ਜਾਂਦਾ ਸੀ, ਉਹਨਾਂ ਨੂੰ ਅਸ਼ੁੱਧ ਸਮਝਿਆ ਜਾਂਦਾ ਸੀ। ਸੋ ਇਹ ਸਾਰੀਆਂ ਧਾਰਨਾਵਾਂ ਖਤਮ ਹੋਣੀਆਂ ਸ਼ੁਰੂ ਹੋਈਆਂ। ਹੌਲੀ ਹੌਲੀ 21ਵੀਂ ਸਦੀ ਵੱਲ ਸਮਾਜ ਆਪਣਾ ਵਧਿਆ। ਆਧੁਨਿਕ ਸਮਾਜ ਦੇ ਵਿੱਚ ਸਮਾਜ ਦਾ ਨਿਰਮਾਣ ਹੋਇਆ, ਜਿਸ ਨੇ ਕੀ ਹੈ ਜਿਸ ਦੇ ਵਿੱਚ ਕੀਤੇ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋਇਆ। ਕਈ ਤਰ੍ਹਾਂ ਦੀਆਂ ਜਾਤੀ ਪ੍ਰਥਾ ਨਾਲ ਸੰਬੰਧਿਤ, ਧਰਮ ਨਾਲ ਸੰਬੰਧਿਤ ਪਾਬੰਦੀਆਂ ਵੀ ਖਤਮ ਹੋਈਆਂ ਤੇ ਔਰਤਾਂ ਦੀ ਸਥਿਤੀ ਦੇ ਵਿੱਚ ਵੀ ਕਈ ਤਰ੍ਹਾਂ ਦਾ ਬਦਲਾਅ ਆਇਆ। ਉਦਾਹਰਨ ਦੇ ਤੌਰ ਤੇ ਮਹਾਂਵਾਰੀ ਦੇ ਦਿਨਾਂ ਦੇ ਵਿੱਚ ਕੀ ਹੈ, ਰਸੋਈ ਦੇ ਵਿੱਚ ਔਰਤਾਂ ਨੂੰ ਨਹੀਂ ਸੀ ਜਾਣ ਦਿੱਤਾ ਜਾਂਦਾ, ਉਹਨਾਂ ਨੂੰ ਬਿਸਤਰ ਤੇ ਨਹੀਂ ਸੀ ਪੈਣ ਦਿੱਤਾ ਜਾਂਦਾ, ਉਹਨਾਂ ਨੂੰ ਇੱਕ ਅਲੱਗ ਹੀ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਉਹ ਸਮਾਜਿਕ ਤੌਰ ਤੇ ਲੋਕਾਂ ਨਾਲ ਉਹਨੇ ਦਿਨਾਂ ਦੇ ਵਿੱਚ ਨਹੀਂ ਸੀ ਵਿਚਰ ਸਕਦੀ, ਜਾਂ ਫਿਰ ਜੁੱਤੀ ਪਾ ਕੇ ਰਸੋਈ ਦੇ ਵਿੱਚ ਨਹੀਂ ਜਾਣਾ। ਸੋ ਇਹ ਸਾਰਾ ਕੀ ਹੁੰਦਾ ਸੀ, ਇੱਕ ਤਰ੍ਹਾਂ ਦੀਆਂ ਅੰਧ ਵਿਸ਼ਵਾਸੀ ਗੱਲਾਂ ਸੀ ਜੋ ਸਮਾਜ ਨੂੰ ਬਹੁਤ ਹੀ ਖੋਖਲਾ ਕਰ ਰਿਹਾ ਸੀ ਜਾਂ ਉਹਨਾਂ ਨੂੰ ਨੀਵੇਂ ਲੈ ਕੇ ਜਾ ਰਿਹਾ ਸੀ। ਹੌਲੀ ਹੌਲੀ ਸ਼ੁੱਧਤਾ ਤੇ ਅਸ਼ੁੱਧਤਾ ਦੀ ਧਾਰਨਾ ਦੇ ਵਿੱਚ ਬਿਲਕੁਲ ਹੀ ਤਰ੍ਹਾਂ ਦੀ ਤਬਦੀਲੀ ਹੋ ਗਈ, ਜਿਸ ਨੇ ਕੀ ਹੈ, ਸਮਾਜ ਨੂੰ ਅੱਗੇ ਲੈ ਕੇ ਗਿਆ। ਸੋ ਅਗਲਾ ਪੁਆਇੰਟ ਦੇਖਾਂਗੇ, ਜੀਵਨ ਸ਼ੈਲੀ ਅਤੇ ਰੀਤੀ ਰਿਵਾਜ਼ਾਂ ਦੇ ਵਿੱਚ ਤਬਦੀਲੀ। ਸੋ ਉਹ ਰੀਤੀ ਰਿਵਾਜ ਜੋ ਧਰਮ ਦੇ ਨਾਲ ਹੁੰਦੇ ਸੀ, ਧਾਰਮਿਕ ਲੋਕ ਸਾਰੇ ਧਰਮ ਦੇ ਪਰੰਪਰਾਵਾਂ ਦੇ ਨਾਲ, ਜਿਵੇਂ ਵਿਆਹ ਦੀ ਪ੍ਰਥਾਵਾਂ ਹੈ, ਪੁਜਾਰੀ ਦਾ ਮਹੱਤਵ, ਸੰਧੂਰ ਦਾ ਮਹੱਤਵ, ਹਵਨ ਦੇ ਆਲੇ ਦੁਆਲੇ ਅਗਨੀ ਲੈਣਾ। ਸੋ ਇਹ ਸਾਰੀਆਂ ਚੀਜ਼ਾਂ ਦਾ ਕੀ ਹੈ, ਪ੍ਰਭਾਵ ਹੁਣ ਘਟਣਾ ਸ਼ੁਰੂ ਹੋਇਆ। ਸੋ ਨਕਾਰਾਤਮਕ ਢੰਗ ਦੇ ਨਾਲ ਜ਼ਰੂਰ ਆਪਾਂ ਇਸ ਦੇ ਵਿੱਚ ਤਬਦੀਲੀ ਇਹ ਕਹਿ ਸਕਦੇ ਹਾਂ, ਕਿਉਂਕਿ ਲੋਕਾਂ ਨੇ ਆਪਣੇ ਰੀਤੀ ਰਿਵਾਜ, ਆਪਣੇ ਪੁਰਾਣੇ ਜੀਵਨ ਢੰਗ ਜਾਂ ਜੀਵਨ ਸ਼ੈਲੀ ਨੂੰ, ਜੋ ਜੀਣ ਦਾ ਇੱਕ ਢੰਗ ਸੀ, ਉਸਨੂੰ ਬਿਲਕੁਲ ਹੀ ਇਗਨੋਰ ਕਰਤਾ, ਬਿਲਕੁਲ ਹੀ ਉਹਨੂੰ ਅਪਣਾਉਣਾ ਬੰਦ ਕਰਤਾ। ਹੁਣ ਜੇ ਵਿਆਹ ਦੀ ਸੰਸਥਾ ਦੀ ਗੱਲ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਕੀ ਹੈ ਕਿ ਕੋਰਟ ਮੈਰਿਜ ਹੁਣ ਦੇਖਣ ਨੂੰ ਮਿਲਦੀ ਹੈ ਕਿ ਲੜਕਾ ਤੇ ਲੜਕੀ ਦੋਨੋਂ ਹੀ ਦੋ ਦੋ ਗਵਾਹ ਲੈ ਕੇ ਕੋਰਟ ਵਿੱਚ ਜਾ ਰਹੇ ਹੈ, ਹਸਤਾਖਰ ਕਰਕੇ ਉਹ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਂਦੇ ਆ। ਲੇਕਿਨ ਉੱਥੇ ਅਗਨੀ ਦੇ ਆਲੇ ਦੁਆਲੇ ਫੇਰੇ ਲੈਣੇ ਜਾਂ ਵੱਡਿਆਂ ਦਾ ਆਸ਼ੀਰਵਾਦ ਲੈਣਾ, ਇਹ ਸਾਰਾ ਕੁਛ ਹੀ ਬਿਲਕੁਲ ਹੀ ਇਸ ਸਾਰੀਆਂ ਚੀਜ਼ਾਂ ਨੂੰ ਇਗਨੋਰ ਕੀਤਾ ਗਿਆ। ਸੋ ਕੀ ਹੈ ਕਿ ਵਿਆਹ ਦੀ ਮਹੱਤਤਾ ਤਾਂ ਬਹੁਤ ਘਟ ਗਈ ਹੈ। ਹੁਣ ਇੱਕ ਜੋ ਵਿਅਕਤੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਸਕਦਾ ਹੈ। ਅੰਤਰਜਾਤੀ ਵਿਆਹਾਂ ਦੇਖਣ ਨੂੰ ਮਿਲੇ। ਲੜਕੀਆਂ ਕੀ ਹੈ, ਜ਼ਿਆਦਾ ਜ਼ਿੰਮੇਵਾਰੀਆਂ ਉਹਨਾਂ ਨੇ ਚੱਕਣੀਆਂ ਸ਼ੁਰੂ ਕਰਤੀਆਂ, ਜਿਸ ਦੇ ਨਾਲ ਕੀ ਹੈ, ਉਹ ਇੱਕ ਸਿਰਫ ਬੱਚੇ ਪੈਦਾ ਕਰਨ ਦਾ ਇੱਕ ਸਿਰਫ ਮਸ਼ੀਨ ਹੀ ਬਣ ਕੇ ਨਹੀਂ ਰਹੀ, ਬਲਕਿ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਉਹਨੇ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ। ਸੋ ਅਗਲਾ ਤੀਜਾ ਪੁਆਇੰਟ ਦੇਖਾਂਗੇ, ਜਾਤ ਪ੍ਰਣਾਲੀ ਦੇ ਵਿੱਚ ਤਬਦੀਲੀ। ਸੋ ਜੋ ਸਥਿਤੀ ਹੈ ਉਹ ਵਿਅਕਤੀਆਂ ਦੀ
ਪਰਿਵਰਤਿਤ ਹੋਣੀ ਸ਼ੁਰੂ ਹੋ ਗਈ। ਹੁਣ ਬ੍ਰਾਹਮਣਸ ਨੂੰ ਸਿਰਫ ਉੱਚਾ ਹੀ ਨਹੀਂ ਸੀ ਦਿੱਤਾ ਜਾਂਦਾ, ਉਹ ਜ਼ਰੂਰੀ ਨਹੀਂ ਸੀ ਕਿ ਜੇ ਬ੍ਰਾਹਮਣ ਹੈ ਤਾਂ ਉੱਚੇ ਦਰਜੇ ਤੇ ਹੀ ਰਹੇਗਾ। ਇੱਕ ਵਿਅਕਤੀ ਆਪਣੀ ਕਾਬਲੀਅਤ ਦੇ ਅਨੁਸਾਰ, ਆਪਣੀ ਯੋਗਤਾ ਦੇ ਅਨੁਸਾਰ ਜਾਂ ਆਪਣੇ ਕੰਮ ਦੇ ਅਨੁਸਾਰ ਕੀ ਹੈ, ਉਸਨੂੰ ਸਮਾਜ ਦੇ ਵਿੱਚ ਦਰਜਾ ਮਿਲਣਾ ਸ਼ੁਰੂ ਹੋ ਗਿਆ। ਤੇ ਇਸ ਤੋਂ ਇਲਾਵਾ ਹੁਣ ਵਿਅਕਤੀ ਦੀ ਸਥਿਤੀ, ਪੈਸਾ, ਸੱਤਾ ਤੇ ਵਿਦਿਅਕ ਯੋਗਤਾ ਦੇ ਆਧਾਰ ਦੇ ਉੱਤੇ ਦੇਖੀ ਜਾਂਦੀ ਸੀ, ਨਾ ਕਿ ਕਿਸੇ ਜਾਤ ਜਾਂ ਧਰਮ ਦੇ ਆਧਾਰ ਉੱਤੇ ਉਸਨੂੰ ਦੇਖਿਆ ਜਾਂਦਾ ਸੀ। ਤੇ ਨੀਵੀਂ ਜਾਤ ਦੇ ਵਿੱਚ ਵੀ ਚੇਤਨਾ ਸ਼ੁਰੂ ਹੋ ਗਈ। ਸਰਕਾਰੀ ਨੌਕਰੀਆਂ ਮਿਲਣੀਆਂ ਨੀਵੀਂ ਜਾਤ ਦੇ ਵਿਅਕਤੀਆਂ ਨੂੰ, ਜਾਂ ਫਿਰ ਉਹਨਾਂ ਨੂੰ ਵਜ਼ੀਫੇ ਲੱਗਣਾ, ਉਹਨਾਂ ਦੇ ਵਿੱਚ ਆਰਕਸ਼ਣ ਹੋਣਾ, ਹਰ ਇੱਕ, ਭਾਵੇਂ ਉਹ ਸਿੱਖਿਆ ਖੇਤਰ ਹੈ ਜਾਂ ਕਿਸੇ ਨੌਕਰੀ ਦੇ ਵਿੱਚ ਹੋਣਾ ਜਾਂ ਪਾਰਲੀਮੈਂਟ ਦੇ ਵਿੱਚ ਹੈ, ਇਲੈਕਸ਼ਨ ਦੇ ਵਿੱਚ ਹੈ। ਸੋ ਹਰ ਇੱਕ ਚੀਜ਼ ਦੇ ਵਿੱਚ ਕੀ ਹੈ, ਨੀਵੀਂ ਜਾਤ ਦੇ ਲੋਕਾਂ ਨੂੰ ਉੱਪਰ ਰੱਖਿਆ ਗਿਆ, ਜਿਸਨੇ ਸਮਾਜ ਦੇ ਮਾੜੇ ਹਾਲਾਤ ਨੂੰ ਕੀ ਹੈ, ਸਹੀ ਢੰਗ ਦੇ ਨਾਲ ਲੈ ਕੇ ਗਏ ਤੇ ਸਮਾਜ ਨੂੰ ਸੁਧਾਰ ਲੈ ਕੇ ਆਏ ਸਮਾਜ ਦੇ ਵਿੱਚ। ਅਗਲਾ ਪੁਆਇੰਟ ਹੈ ਪਰਿਵਾਰ ਪ੍ਰਣਾਲੀ ਦੇ ਵਿੱਚ ਤਬਦੀਲੀ, ਕਿਉਂਕਿ ਪਰਿਵਾਰ ਇੱਕ ਏਦਾਂ ਦੀ ਮੁੱਢਲੀ ਇਕਾਈ ਹੈ ਜੋ ਇੱਕ ਵਿਅਕਤੀ, ਇੱਕ ਬੱਚਾ ਸ਼ੁਰੂ ਤੋਂ ਹੀ ਉਸ ਪਰਿਵਾਰ ਦਾ ਹਿੱਸਾ ਬਣ ਜਾਂਦਾ। ਸੋ ਪਰਿਵਾਰਿਕ ਜੋ ਪ੍ਰਣਾਲੀ ਹੈ ਉਸਦੇ ਵਿੱਚ ਤਬਦੀਲੀ ਇਸ ਢੰਗ ਨਾਲ ਆਈ ਹੈ। ਸਭ ਤੋਂ ਪਹਿਲਾਂ ਤਾਂ ਜੀਵਨ ਜੀਣ ਦੇ ਢੰਗ ਦੇ ਵਿੱਚ ਤਬਦੀਲੀ ਆਈ ਹੈ। ਤੇ ਜੋ ਪ੍ਰਾਚੀਨ ਸਮਾਜ ਦੇ ਵਿੱਚ ਪਹਿਲਾਂ ਸੰਯੁਕਤ ਪਰਿਵਾਰ ਦੇਖੇ ਜਾਂਦੇ ਸੀ, ਹੁਣ ਕੀ ਹੈ, ਅੱਜ ਕੱਲ ਆਧੁਨਿਕ ਸਮਾਜ ਦੇ ਵਿੱਚ ਕੇਂਦਰੀ ਪਰਿਵਾਰ, ਨਿਊਕਲੀਅਰ ਫੈਮਿਲੀਜ਼ ਦੇਖਣ ਨੂੰ ਮਿਲਦੀਆਂ, ਜਿਸ ਦੇ ਵਿੱਚ ਮਾਤਾ ਪਿਤਾ ਤੇ ਉਹਨਾਂ ਦੇ ਅਣਵਿਆਹੇ ਬੱਚੇ ਸ਼ਾਮਿਲ ਹੁੰਦੇ ਹਨ। ਸੋ ਹੌਲੀ ਹੌਲੀ ਵਿਘਟਨ ਦੀ ਸਥਿਤੀ ਵੀ ਪੈਦਾ ਹੋਈ, ਪਰਿਵਾਰ ਦੇ ਵਿੱਚ ਵਿਘਟਨ ਦੇਖਣ ਨੂੰ ਮਿਲਿਆ, ਡਿਸਇੰਟੀਗ੍ਰੇਸ਼ਨ ਦੇਖਣ ਨੂੰ ਮਿਲਿਆ, ਅਸਮਾਨਤਾ, ਮਤਲਬ ਜੋ ਏਕਤਾ ਦਾ ਜੋ ਕੰਸੈਪਟ ਸੀ ਉਹ ਬਿਲਕੁਲ ਹੀ ਖਤਮ ਹੋ ਗਿਆ। ਇਸ ਲਈ ਜੋ ਪ੍ਰਾਚੀਨ ਸਮਾਜ ਦੇ ਵਿੱਚ ਸੰਯੁਕਤ ਪਰਿਵਾਰ ਸੀ, ਹੁਣ ਆਧੁਨਿਕ ਸਮਾਜ ਦੇ ਵਿੱਚ ਕੇਂਦਰੀ ਪਰਿਵਾਰਾਂ ਦੀ ਜੋ ਮਹੱਤਤਾ ਹੈ ਉਹ ਵੱਧ ਗਈ ਹੈ। ਸੋ ਇਸ ਕਾਰਨ ਕਿ ਜੋ ਆਧੁਨਿਕੀਕਰਨ ਹੈ ਅਤੇ ਉਦਯੋਗੀਕਰਨ ਦਾ ਜੋ ਵਿਕਾਸ ਹੈ ਉਹ ਹੋਣਾ ਸ਼ੁਰੂ ਹੋਇਆ, ਤੇ ਜਿਸਨੇ ਵਿਅਕਤੀ ਦੇ ਕੀਤੇ ਦੇ ਵਿੱਚ ਵੀ, ਉਹਦੇ ਆਕੂਪੇਸ਼ਨ ਜਾਂ ਜੌਬ ਦੇ ਵਿੱਚ ਵੀ ਬਦਲਾਵ ਲਿਆਉਣਾ ਸ਼ੁਰੂ ਕਰਤਾ। ਹੁਣ ਪਰਿਵਾਰਿਕ ਪ੍ਰਣਾਲੀ ਦੇ ਵਿੱਚ ਆਪਾਂ ਇਹ ਵੀ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਕਿ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਵਿੱਚ ਵਿਕਾਸ ਹੋਇਆ, ਜਿਸ ਨਾਲ ਸੜਕਾਂ ਬਣੀਆਂ, ਇੱਕ ਵਿਅਕਤੀ ਪਿੰਡ ਤੋਂ ਸ਼ਹਿਰ ਦੇ ਵਿੱਚ ਜਾ ਕੇ ਆਪਣਾ ਰੋਜ਼ਗਾਰ ਕਰ ਸਕਦਾ ਸੀ, ਬੱਸਾਂ ਜਾਂ ਗੱਡੀਆਂ ਹੋਈਆਂ। ਸੋ ਆਪਣੇ ਕੰਮ ਕੀ ਹੈ, ਉਹਨਾਂ ਨੂੰ ਸੌਖਾ ਹੋ ਗਿਆ। ਸੋ ਪੈਸੇ ਦੀ ਮਹੱਤਤਾ ਵੱਧ ਗਈ, ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਮਹੱਤਤਾ ਜ਼ਿਆਦਾ ਹੋਣੀ ਸ਼ੁਰੂ ਹੋ ਗਈ, ਤੇ ਪਰਿਵਾਰ ਦੀ ਜਗ੍ਹਾ ਵੱਖ-ਵੱਖ ਸੰਸਥਾਵਾਂ ਨੇ ਲੈ ਲਈ। ਉਦਾਹਰਨ ਦੇ ਤੌਰ ਤੇ ਜਿਵੇਂ ਚਾਈਲਡ ਕੇਅਰ ਸੈਂਟਰਸ ਹੈ, ਕਿ ਇੱਕ ਬੱਚੇ ਨੂੰ ਜੋ ਉਸਦਾ ਪਰਿਵਾਰ ਉਸਦੀ ਨਿਗਰਾਨੀ ਕਰਦਾ ਸੀ, ਉਸਨੂੰ ਉਹਦਾ ਸਮਾਜੀਕਰਨ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਹੁੰਦਾ ਸੀ, ਉਸਨੂੰ ਸਿਖਾਇਆ ਜਾਂਦਾ ਸੀ, ਉਸਨੂੰ ਜ਼ਿੰਦਗੀ ਜੀਣ ਦੇ ਢੰਗ ਸਿਖਾਏ ਜਾਂਦੇ ਸੀ। ਹੁਣ ਕੀ ਹੈ, ਆਧੁਨਿਕ ਸਮਾਜ ਦੇ ਵਿੱਚ ਕੇਂਦਰੀ ਪਰਿਵਾਰ ਆਉਣ ਦੇ ਨਾਲ ਕਈ ਤਰ੍ਹਾਂ ਦੀਆਂ ਸੰਸਥਾਵਾਂ, ਜਿਵੇਂ ਕਿ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਬਾਹਰ ਤੋਂ ਲੋਕਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖ ਸਕਣ, ਜਾਂ 올ਡ ਏਜ ਹੋਮਸ ਵੀ ਦੇਖਣ ਨੂੰ ਮਿਲੇ। ਉਹ ਬ੍ਰਿਧ, ਉਹ ਬਜ਼ੁਰਗ ਜੋ ਬੱਚਿਆਂ ਦੇ ਕੋਲ ਟਾਈਮ ਨਹੀਂ ਸੀ ਹੁੰਦਾ ਆਪਣੇ ਮਾਤਾ ਪਿਤਾ ਦੇ ਨਾਲ ਉਹਨਾਂ ਦੀ ਸੇਵਾ ਕਰਨ ਦਾ, ਉਹਨਾਂ ਨੂੰ ਧਿਆਨ ਰੱਖਣ ਦਾ, ਸੋ ਉਹ 올ਡ ਏਜ ਹੋਮਸ ਨੇ ਜਗ੍ਹਾ ਲੈ ਲਈ। ਅੱਗੇ ਹੈ ਪਿੰਡਾਂ ਦੇ ਵਿੱਚ ਧਰਮ ਨਿਰਪੱਖਤਾ, ਸੈਕੂਲਰਾਈਜੇਸ਼ਨ ਇਨ ਵਿਲੇजेस। ਸੋ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਜਿੱਥੇ ਸ਼ਹਿਰਾਂ ਦੇ ਵਿੱਚ ਤਾਂ ਸੀ ਹੀ, ਉੱਥੇ ਪਿੰਡਾਂ ਦੇ ਵਿੱਚ ਵੀ ਸ਼ੁਰੂ ਹੋਇਆ। ਛੂਤ-ਛਾਤ ਬਿਲਕੁਲ ਹੀ ਖਤਮ ਹੋ ਗਿਆ, ਜਾਤੀ ਵਿਵਸਥਾ ਖਤਮ ਹੋਈ, ਤੇ ਜਿਸ ਨਾਲ ਕੀ ਹੈ, ਵਿਦਿਆ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ। ਜੋ ਐਜੂਕੇਸ਼ਨ ਹੈ ਉਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆਈ, ਤੇ ਸਮਾਜਿਕ ਜੀਵਨ ਵਧੇਰੇ ਸੁਤੰਤਰ ਹੋ ਗਿਆ। ਲੋਕਾਂ ਨੇ ਕੀ ਹੈ, ਰਾਜਨੀਤੀ ਦੇ ਵਿੱਚ ਹਿੱਸਾ ਪਾਉਣਾ ਸ਼ੁਰੂ ਕੀਤਾ, ਜਿਸ ਦੇ ਨਾਲ ਹਰ ਇੱਕ ਵਿਅਕਤੀ ਨੂੰ ਪੂਰੇ ਮੌਕੇ, ਪੂਰੇ ਅਧਿਕਾਰ ਮਿਲਣੇ ਸ਼ੁਰੂ ਹੋ ਗਏ। ਤੇ ਇਹਦਾ ਆਖਰੀ ਪੁਆਇੰਟ ਹੈ ਦਾਜ ਪ੍ਰਥਾ ਤੇ ਪ੍ਰਭਾਵ। ਹੁਣ ਡੌਰੀ ਸਿਸਟਮ ਦੇ ਉੱਤੇ, ਦਾਜ ਪ੍ਰਥਾ ਦੇ ਉੱਤੇ ਪ੍ਰਭਾਵ ਇਹ ਪਿਆ ਹੈ ਕਿ ਦਹੇਜ ਪ੍ਰਥਾ ਦਾ ਜੋ ਮਹੱਤਵ ਹੈ ਉਹ ਕਾਫੀ ਹੱਦ ਤੱਕ ਘੱਟ ਹੋਇਆ, ਤੇ ਕਈ ਸੰਸਥਾਵਾਂ ਇਸ ਚੀਜ਼ ਦੇ ਵਿਰੋਧ ਦੇ ਵਿੱਚ ਵੀ ਆਈਆਂ। ਕਈ ਏਦਾਂ ਦੀਆਂ ਸਮਾਜ ਸੁਧਾਰਕ ਸੰਸਥਾਵਾਂ ਬਣੀਆਂ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਇਸ ਕਰਕੇ ਬੁਰਾਈਆਂ ਦੂਰ ਹੋਈਆਂ, ਤੇ ਸਮਾਜ ਦੇ ਵਿੱਚ ਕੀ ਹੈ, ਜੋ ਪੇਂਡੂ ਸਮੁਦਾਇ ਹੈ ਉਸ ਦੇ ਵਿੱਚ ਗਤੀਸ਼ੀਲਤਾ ਪਾਈ। ਤੇ ਇਸ ਦੇ ਨਾਲ ਨਾਲ ਜਿਵੇਂ ਪਹਿਲਾਂ ਲੋਕ ਵਧੇਰੇ ਧਾਰਮਿਕ ਹੁੰਦੇ ਸੀ, ਹੁਣ ਉਹ ਧਾਰਮਿਕ ਘੱਟ ਹੋਣ ਸ਼ੁਰੂ ਹੋ ਗਏ। ਕਿਉਂਕਿ ਧਰਮ ਦੀ ਮਹੱਤਤਾ ਘਟਣ ਦੇ ਨਾਲ ਕੀ ਹੈ, ਲੋਕਾਂ ਨੇ ਪੈਸੇ ਨੂੰ, ਲੋਕਾਂ ਨੇ ਉਹ ਆਪਣੇ ਰੁਤਬਿਆਂ ਨੂੰ, ਇਹ ਸਾਰੀਆਂ ਚੀਜ਼ਾਂ ਦੀ ਮਹੱਤਤਾ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਲੈਣੀ ਸ਼ੁਰੂ ਕਰ ਦਿੱਤੀ। ਸੋ ਅੰਤਰਜਾਤੀ ਵਿਆਹ ਵੀ ਦੇਖਣ ਨੂੰ ਮਿਲੇ, ਆਮ ਹੋ ਗਏ ਹਨ। ਇਸ ਕਰਕੇ ਜਿੱਥੇ
ਧਰਮ ਨਿਰਪੇਖਤਾ ਦਾ ਕਨਸੈਪਟ ਆਏਗਾ ਜਾਂ ਕਹਿ ਸਕਦੇ ਹਾਂ ਕਿ ਅਸੰਪਰਦਾਇਕਤਾ ਆਏਗੀ, ਉੱਥੇ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਮਿਹਨਤ ਦੇ ਆਧਾਰ ਦੇ ਉੱਤੇ ਲੋਕਾਂ ਨੇ ਚੀਜ਼ਾਂ ਨੂੰ ਪ੍ਰਾਪਤ ਕਰਨਾ ਸ਼ੁਰੂ ਕੀਤਾ, ਨਾ ਕਿ ਧਰਮ ਦੇ ਆਧਾਰ ਤੇ ਵਿਅਕਤੀ ਕੀ ਹੈ ਵਿਵਹਾਰ ਦੀ ਵਿਆਖਿਆ ਧਰਮ ਦੇ ਆਧਾਰ ਉੱਤੇ ਨਹੀਂ ਬਲਕਿ ਤਰਕ ਦੇ ਆਧਾਰ ਉੱਤੇ ਹੀ ਦੇਣੀ ਸ਼ੁਰੂ ਕਰ ਦਿੱਤੀ ਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਧਰਮ ਦਾ ਪ੍ਰਭਾਵ ਘੱਟ ਹੋਣਾ ਸ਼ੁਰੂ ਹੋ ਗਿਆ, ਜੋ ਅੱਜ ਦੀ ਅਟਲ ਸੱਚਾਈ ਹੈ, ਜੋ ਅੱਜ ਦੇ 21ਵੀਂ ਸਦੀ ਦੀ ਅਟਲ ਸੱਚਾਈ ਹੈ, ਆਧੁਨਿਕ ਸਮਾਜ ਦੀ ਅਟਲ ਸੱਚਾਈ ਹੈ। ਇਸ ਲਈ ਅਖੀਰ ਦੇ ਵਿੱਚ ਇਹੀ ਚੀਜ਼ ਕਿ ਲੋਕੀ ਜਿੱਥੇ ਘੱਟ ਧਾਰਮਿਕ ਹੋਣ ਲੱਗ ਗਏ, ਜਿੱਥੇ ਪੈਸੇ ਦੀ ਮਹੱਤਤਾ ਵੱਧ ਗਈ ਤੇ ਉਹ ਇਹ ਸਾਰੀਆਂ ਚੀਜ਼ਾਂ ਨੇ ਕੁਝ ਸਕਾਰਾਤਮਕ ਪ੍ਰਭਾਵ ਵੀ ਪਾਇਆ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੇ ਕੁਝ ਨਕਾਰਾਤਮਕ ਪ੍ਰਭਾਵ ਵੀ। ਸੋ ਇੱਥੇ ਹੀ ਕਨਸੈਪਟ ਖਤਮ ਹੁੰਦਾ ਹੈ। ਧੰਨਵਾਦ।